ਰਾਤ ਦੇ ਸਮੇਂ ਠੰਡੀ ਹਵਾ ਚੱਲ ਰਹੀ ਸੀ। ਰਿਤਿਕ, ਜੋ ਕਿ ਦਿੱਲੀ ਦੇ ਇੱਕ ਛੋਟੇ ਜਿਹੇ ਫਲੈਟ ਵਿੱਚ ਅਕੇਲਾ ਰਹਿੰਦਾ ਸੀ, ਆਪਣੀ ਜ਼ਿੰਦਗੀ ਤੋਂ ਉੱਕ ਚੁੱਕਾ ਸੀ। ਉਸ ਦੀ ਨੌਕਰੀ ਠੀਕ-ਠਾਕ ਸੀ, ਪਰ ਉਹ ਮਹਿਸੂਸ ਕਰਦਾ ਸੀ ਕਿ ਉਹ ਆਪਣੀ ਜ਼ਿੰਦਗੀ ਵਿੱਚ ਕੁਝ ਵੱਡਾ ਨਹੀਂ ਕਰ ਰਿਹਾ। ਇੱਕ ਰਾਤ ਜਦੋਂ ਉਹ ਮੋਬਾਈਲ ਸਕਰੋਲ ਕਰ ਰਿਹਾ ਸੀ, ਉਸ ਦੀ ਨਜ਼ਰ ਇੱਕ ਬੁੱਕ ਰਿਵਿਊ ਤੇ ਪਈ। ਕਿਤਾਬ ਦਾ ਨਾਮ ਸੀ ਹਾਊ ਟੂ ਬੀ ਡਿਸਪਲਿਨ ਅਤੇ ਲੇਖਕ ਦਾ ਨਾਮ ਸ਼ੈਲਡਨ ਹਾਊ ਸੀ। ਪਹਿਲਾਂ ਤਾਂ ਰਿਤਿਕ ਨੇ ਸੋਚਿਆ ਕਿ ਇਹ ਵਿਅਰਥ ਵਿਸ਼ਾ ਹੈ, ਪਰ ਫਿਰ ਕੁਝ ਅੰਦਰੋਂ ਆਵਾਜ਼ ਆਈ ਕਿ ਸ਼ਾਇਦ ਇਹੀ ਉਹ ਕਿਤਾਬ ਹੈ ਜਿਸ ਦੀ ਉਸ ਨੂੰ ਲੋੜ ਸੀ। 3 ਦਿਨ ਬਾਅਦ ਜਦੋਂ ਉਸ ਦੇ ਹੱਥ ਵਿੱਚ ਕਿਤਾਬ ਆਈ ਤਾਂ ਉਹ ਬਾਲਕਨੀ ਵਿੱਚ ਜਾ ਬੈਠਿਆ। ਠੰਡੀ ਹਵਾ ਚੱਲ ਰਹੀ ਸੀ ਅਤੇ ਚਾਹ ਦਾ ਕੱਪ ਉਸ ਦੀ ਮੇਜ਼ ਤੇ ਰੱਖਿਆ ਸੀ। ਜਦੋਂ ਉਸਨੇ ਪਹਿਲਾ ਅਧਿਆਇ ਖੋਲ੍ਹਿਆ ਤਾਂ ਉਹ ਹਰ ਸ਼ਬਦ ਨਾਲ ਜੁੜਦਾ ਗਿਆ। ਪਹਿਲੇ ਅਧਿਆਇ ਵਿੱਚ ਲਿਖਿਆ ਸੀ ਕਿ ਸਾਫ਼ ਅਤੇ ਹਾਸਲ ਕਰਨ ਯੋਗ ਟੀਚੇ ਤੈਅ ਕਰਨਾ ਅਨੁਸ਼ਾਸਨ ਦੀ ਸਭ ਤੋਂ ਮੁੱਢਲੀ ਸ਼ਰਤ ਹੈ। ਇਹ ਪੜ੍ਹ ਕੇ ਰਿਤਿਕ ਨੂੰ ਅਹਿਸਾਸ ਹੋਇਆ ਕਿ ਉਹ ਹਮੇਸ਼ਾ ਵੱਡੇ-ਵੱਡੇ ਸੁਪਨੇ ਤਾਂ ਦੇਖਦਾ ਸੀ, ਪਰ ਕਦੇ ਵੀ ਉਹਨਾਂ ਨੂੰ ਇੱਕ ਢੰਗ ਨਾਲ ਯੋਜਨਾ ਬਣਾ ਕੇ ਪੂਰਾ ਕਰਨ ਬਾਰੇ ਸੋਚਿਆ ਹੀ ਨਹੀਂ ਸੀ। ਰਾਤ ਨੂੰ ਉਸਨੇ ਆਪਣੇ ਕਮਰੇ ਵਿੱਚ ਬੈਠ ਕੇ ਇੱਕ ਨੋਟਬੁੱਕ ਲਈ ਅਤੇ ਆਪਣੀਆਂ ਜ਼ਿੰਦਗੀ ਦੀਆਂ ਕੁਝ ਵੱਡੀਆਂ ਗੱਲਾਂ ਲਿਖਣ ਲੱਗ ਪਿਆ। ਮੈਂ ਆਪਣੀ ਫਿਟਨੈਸ ਤੇ ਧਿਆਨ ਦੇਣਾ ਹੈ, 6 ਮਹੀਨਿਆਂ ਵਿੱਚ 10 ਕਿਲੋ ਤੱਕ ਘਟਾਉਣਾ ਹੈ, ਮੈਂ ਡਿਜੀਟਲ ਮਾਰਕੀਟਿੰਗ ਦੇ 3 ਐਡਵਾਂਸ ਕੋਰਸ ਪੂਰੇ ਕਰਨੇ ਹਨ, ਹਰ ਮਹੀਨੇ 5 ਨਵੀਆਂ ਕਿਤਾਬਾਂ ਪੜ੍ਹਨੀਆਂ ਹਨ। ਇਹ ਲਿਖ ਕੇ ਉਸ ਨੂੰ ਇੱਕ ਅਜੀਬ ਤਰ੍ਹਾਂ ਦੀ ਰਾਹਤ ਮਹਿਸੂਸ ਹੋਈ। ਪਰ ਅਗਲੇ ਸਵੇਰੇ ਜਦੋਂ ਉਹ ਆਪਣਾ ਪਹਿਲਾ ਟੀਚਾ ਸ਼ੁਰੂ ਕਰਨ ਲੱਗਾ ਤਾਂ ਪਹਿਲੀ ਹੀ ਕੋਸ਼ਿਸ਼ 'ਚ ਫੇਲ ਹੋ ਗਿਆ। 6:00 ਵਜੇ ਦਾ ਅਲਾਰਮ ਵੱਜਿਆ, ਪਰ ਉਸਨੇ ਸਨੂਜ਼ ਬਟਨ ਦਬਾ ਦਿੱਤਾ। 5 ਮਿੰਟ ਦੇ ਅਲਸੀਪਣ ਨੇ ਉਸਨੂੰ 7:30 ਤੱਕ ਸੌਣ ਦੇ ਦਿੱਤਾ। ਅੱਜ ਵੀ ਨਹੀਂ ਹੋਇਆ, ਉਸਨੇ ਗੁੱਸੇ ਨਾਲ ਆਪਣੇ ਆਪ ਨੂੰ ਕਿਹਾ। ਪਰ ਫਿਰ ਉਸਨੂੰ ਆਪਣੀ ਕਿਤਾਬ ਯਾਦ ਆਈ। ਜਦੋਂ ਉਸਨੇ ਪਹਿਲਾ ਪੰਨਾ ਦੁਬਾਰਾ ਪੜ੍ਹਿਆ ਤਾਂ ਇੱਕ ਲਾਈਨ ਨੇ ਉਸਦੇ ਮਨ ਵਿੱਚ ਆਸ ਦੀ ਚਮਕ ਜਗਾ ਦਿੱਤੀ। ਅਸਫਲਤਾ ਵੀ ਪ੍ਰਕਿਰਿਆ ਦਾ ਇੱਕ ਹਿੱਸਾ ਹੈ, ਛੋਟੀਆਂ ਨਾਕਾਮੀਆਂ ਤੋਂ ਹੌਸਲਾ ਨਾ ਹਾਰੋ, ਮੁੜ ਟੀਚੇ ਵੱਲ ਵਾਪਸ ਆਓ। ਇਹ ਪੜ੍ਹ ਕੇ ਰਿਤਿਕ ਹੱਸ ਪਿਆ ਅਤੇ ਸੋਚਣ ਲੱਗ ਪਿਆ, ਚਲੋ ਇਹ ਤਾਂ ਕਿਤਾਬ ਨੇ ਪਹਿਲਾਂ ਹੀ ਸਮਝਾ ਦਿੱਤਾ ਸੀ। ਰਿਤਿਕ ਨੇ ਸੋਚਿਆ, ਕੋਈ ਗੱਲ ਨਹੀਂ, ਕੱਲ ਤੋਂ ਸਹੀ। ਉਸ ਸ਼ਾਮ ਉਸਨੇ ਇੱਕ ਹੋਰ ਚੀਜ਼ ਕੀਤੀ। ਉਹ ਆਪਣੇ ਕਮਰੇ ਦੀ ਦੀਵਾਰ ਤੇ ਇੱਕ ਵੱਡਾ ਚਾਰਟ ਲਗਾਉਂਦਾ ਹੈ ਜਿਸ 'ਚ ਆਪਣੇ ਟੀਚੇ ਲਿਖ ਲੈਂਦਾ ਹੈ। ਚਾਰਟ ਦੇ ਨਾਲ-ਨਾਲ ਉਹ ਛੋਟੇ-ਛੋਟੇ ਬਾਕਸ ਬਣਾਉਂਦਾ ਹੈ ਤਾਂ ਜੋ ਹਰ ਵਾਰ ਜਦੋਂ ਉਹ ਕੋਈ ਟਾਸਕ ਪੂਰਾ ਕਰੇ ਤਾਂ ਇੱਕ ਬਾਕਸ 'ਚ ਟਿਕ ਲਗਾ ਸਕੇ। ਆਉਂਦੇ ਦਿਨਾਂ ਉਹ ਹੌਲੀ-ਹੌਲੀ ਸਵੇਰੇ ਜਲਦੀ ਉੱਠਣ ਦੀ ਆਦਤ ਬਣਾਉਣ ਲੱਗ ਪਿਆ। ਪਹਿਲੀ ਵਾਰ ਉਹ ਪਾਰਕ 'ਚ ਜੌਗਿੰਗ ਲਈ ਗਿਆ। ਠੰਡੀ ਹਵਾ 'ਚ ਦੌੜਦੇ ਹੋਏ ਲੋਕਾਂ ਨੂੰ ਵੇਖ ਕੇ ਉਸ ਨੂੰ ਅਹਿਸਾਸ ਹੋਇਆ ਕਿ ਹੁਣ ਮੈਨੂੰ ਆਪਣੀ ਜ਼ਿੰਦਗੀ ਨੂੰ ਲੈ ਕੇ ਗੰਭੀਰ ਹੋਣਾ ਹੀ ਪਵੇਗਾ। ਵਾਪਸ ਆ ਕੇ ਉਹ ਕਿਤਾਬ ਦਾ ਅਗਲਾ ਭਾਗ ਪੜ੍ਹਦਾ ਹੈ। ਆਪਣੇ ਟੀਚਿਆਂ ਨੂੰ ਛੋਟੇ-ਛੋਟੇ ਭਾਗਾਂ ਵਿੱਚ ਵੰਡੋ, ਵੱਡੇ ਟੀਚੇ ਕਈ ਵਾਰ ਔਖੇ ਮਹਿਸੂਸ ਹੋ ਸਕਦੇ ਹਨ। ਇਹ ਪੜ੍ਹ ਕੇ ਰਿਤਿਕ ਸੋਚਣ ਲੱਗ ਪਿਆ। ਉਸਨੇ ਆਪਣੇ ਫਿਟਨੈਸ ਟੀਚੇ ਨੂੰ ਵੀ ਛੋਟੇ-ਛੋਟੇ ਪੜਾਅ 'ਚ ਵੰਡ ਲਿਆ। ਪਹਿਲੇ ਹਫ਼ਤੇ ਸਿਰਫ 15 ਮਿੰਟ ਜੌਗਿੰਗ, ਦੂਜੇ ਹਫ਼ਤੇ 20 ਮਿੰਟ, ਫਿਰ ਹੌਲੀ-ਹੌਲੀ 30 ਮਿੰਟ। ਕਿਤਾਬ ਦਾ ਪਹਿਲਾ ਅਧਿਆਇ ਜਿਵੇਂ ਉਸ ਦੀ ਜ਼ਿੰਦਗੀ ਦਾ ਗਾਈਡ ਬਣ ਗਿਆ ਸੀ। ਪਰ ਜ਼ਿੰਦਗੀ ਇੰਨੀ ਆਸਾਨ ਨਹੀਂ ਹੁੰਦੀ। ਇੱਕ ਦਿਨ ਉਸ ਦੀ ਮਾਂ ਦਾ ਫੋਨ ਆਇਆ, ਤੂੰ ਪਿਛਲੇ 2 ਹਫ਼ਤਿਆਂ ਤੋਂ ਫੋਨ ਕਿਉਂ ਨਹੀਂ ਕੀਤਾ? ਅਸੀਂ ਇੱਥੇ ਤੇਰੀ ਚਿੰਤਾ ਕਰ ਰਹੇ ਹਾਂ। ਰਿਤਿਕ ਨੂੰ ਥੋੜਾ ਅਫਸੋਸ ਹੋਇਆ ਕਿ ਉਹ ਆਪਣੇ ਟੀਚਿਆਂ ਵਿੱਚ ਇੰਨਾ ਮਗਨ ਹੋ ਗਿਆ ਸੀ ਕਿ ਪਰਿਵਾਰ ਦੀ ਚਿੰਤਾ ਹੀ ਨਹੀਂ ਕੀਤੀ। ਉਸਨੇ ਤੁਰੰਤ ਮਾਂ ਨੂੰ ਵਾਪਸ ਫੋਨ ਕੀਤਾ ਤੇ ਉਹਨਾਂ ਦੀ ਗੱਲ ਧਿਆਨ ਨਾਲ ਸੁਣੀ। ਉਸਨੇ ਸੋਚਿਆ, ਕੈਰੀਅਰ ਅਤੇ ਫਿਟਨੈਸ ਤੋਂ ਇਲਾਵਾ ਰਿਸ਼ਤਿਆਂ ਨੂੰ ਸੰਭਾਲਣਾ ਵੀ ਮੇਰੇ ਟੀਚਿਆਂ ਦਾ ਹਿੱਸਾ ਹੋਣਾ ਚਾਹੀਦਾ ਹੈ। ਉਸਨੇ ਆਪਣੀ ਨੋਟਬੁੱਕ 'ਚ ਇੱਕ ਹੋਰ ਲਾਈਨ ਲਿਖੀ, ਹਰ ਹਫ਼ਤੇ ਆਪਣੇ ਮਾਪਿਆਂ ਨੂੰ ਫੋਨ ਕਰਨਾ ਤੇ ਉਹਨਾਂ ਨਾਲ ਸਮਾਂ ਬਿਤਾਉਣਾ। ਹੁਣ ਰਿਤਿਕ ਦੀ ਜ਼ਿੰਦਗੀ ਹੌਲੀ-ਹੌਲੀ ਬਦਲਣ ਲੱਗੀ ਸੀ। ਹਰ ਰਾਤ ਉਹ ਆਪਣੇ ਦਿਨ ਦੀ ਸਮੀਖਿਆ ਕਰਦਾ। ਜੇਕਰ ਕੋਈ ਕੰਮ ਪੂਰਾ ਨਾ ਹੁੰਦਾ ਤਾਂ ਉਹ ਉਹਨਾਂ ਨੂੰ ਅਗਲੇ ਦਿਨ ਦੀ ਲਿਸਟ 'ਚ ਸ਼ਾਮਲ ਕਰ ਲੈਂਦਾ। ਕਿਤਾਬ ਦੇ ਪਹਿਲੇ ਅਧਿਆਇ ਨੇ ਸਮਝਾ ਦਿੱਤਾ ਕਿ ਟੀਚੇ ਸਿਰਫ ਲਿਖਣ ਲਈ ਨਹੀਂ ਹੁੰਦੇ, ਉਹਨਾਂ ਨੂੰ ਜਿਉਣਾ ਪੈਂਦਾ ਹੈ। ਹੁਣ ਉਸ ਨੂੰ ਮਹਿਸੂਸ ਹੋਇਆ ਕਿ ਟੀਚਿਆਂ ਦੀ ਵਰਤੋਂ ਕਰਕੇ ਉਸ ਦੀ ਜ਼ਿੰਦਗੀ ਇੱਕ ਨਵੀਂ ਦਿਸ਼ਾ ਵੱਲ ਵਧ ਰਹੀ ਹੈ। ਪਰ ਇਹ ਸਿਰਫ ਸ਼ੁਰੂਆਤ ਸੀ। ਰਿਤਿਕ ਨੂੰ ਪਤਾ ਸੀ ਕਿ ਇਹ ਅਧਿਆਇ ਤਾਂ ਸਿਰਫ ਇੱਕ ਝਲਕ ਸੀ। ਉਸ ਨੂੰ ਹਾਲੇ ਹੋਰ ਚੈਪਟਰ ਪੜ੍ਹਨੇ ਸਨ ਤੇ ਉਹਨਾਂ ਤੇ ਕੰਮ ਕਰਨਾ ਸੀ। ਖਾਣੇ ਤੋਂ ਬਾਅਦ ਉਹ ਆਪਣੇ ਫਲੈਟ ਦੇ ਇੱਕ ਸ਼ਾਂਤ ਕੋਨੇ 'ਚ ਬੈਠ ਗਿਆ। ਸਾਹਮਣੇ ਕਿਤਾਬ 'ਚ ਇੱਕ ਬੁੱਕਮਾਰਕ ਲੱਗਾ ਹੋਇਆ ਸੀ। ਉਸਨੇ ਚੁੱਪਚਾਪ ਉਹ ਪੰਨਾ ਉਲਟਿਆ। ਅਗਲਾ ਪਾਠ, ਇੱਕ ਰੂਟੀਨ ਵਿਕਸਿਤ ਕਰੋ। ਜਦ ਹੀ ਉਸਨੇ ਇਹ ਪੜ੍ਹਿਆ ਤਾਂ ਉਹ ਹੱਸ ਪਿਆ। ਇਹ ਤਾਂ ਮੇਰੀ ਸਭ ਤੋਂ ਵੱਡੀ ਕਮਜ਼ੋਰੀ ਰਹੀ ਹੈ। ਰਿਤਿਕ ਦੀ ਜ਼ਿੰਦਗੀ ਇੰਨੀ ਬੇਤਰਤੀਬ ਸੀ ਕਿ ਕੋਈ ਵੀ ਕੰਮ ਪਲਾਨ ਦੇ ਮੁਤਾਬਕ ਨਹੀਂ ਹੁੰਦਾ ਸੀ। ਕਦੇ ਉਹ ਰਾਤ ਦੇਰ ਤੱਕ ਜਾਗਦਾ ਤਾਂ ਕਦੇ ਸਵੇਰੇ ਲੰਮਾ ਸੋ ਜਾਂਦਾ। ਵੀਕਐਂਡ ਤਾਂ ਪੂਰੇ ਬੇਕਾਰ ਚਲੇ ਜਾਂਦੇ ਸਨ। ਕਿਤਾਬ
'ਚ ਲਿਖਿਆ ਸੀ, ਇੱਕ ਲਗਾਤਾਰ ਦਿਨਚਰੀ ਬਣਾਉਣ ਨਾਲ ਆਦਤਾਂ ਵਿਕਸਿਤ ਹੁੰਦੀਆਂ ਹਨ ਜੋ ਅਨੁਸ਼ਾਸਨ ਨੂੰ ਮਜ਼ਬੂਤ ਬਣਾਉਂਦੀਆਂ ਹਨ। ਇਹ ਲਾਈਨਾਂ ਪੜ੍ਹ ਕੇ ਰਿਤਿਕ ਨੂੰ ਮਹਿਸੂਸ ਹੋਇਆ ਕਿ ਜੇਕਰ ਉਹ ਆਪਣੀ ਜ਼ਿੰਦਗੀ 'ਚ ਅਨੁਸ਼ਾਸਨ ਲਿਆਉਣਾ ਚਾਹੁੰਦਾ ਹੈ ਤਾਂ ਉਸ ਨੂੰ ਇੱਕ ਸਖਤ ਰੁਟੀਨ ਬਣਾਉਣਾ ਪਵੇਗਾ। ਉਸਨੇ ਸੋਚਿਆ, ਰੁਟੀਨ ਬਣਾਉਣ ਦਾ ਇਹ ਮਤਲਬ ਨਹੀਂ ਕਿ ਜ਼ਿੰਦਗੀ ਬੋਰ ਹੋ ਜਾਵੇਗੀ, ਇਹ ਤਾਂ ਮੈਨੂੰ ਆਪਣੇ ਸਮੇਂ ਨੂੰ ਵਧੀਆ ਢੰਗ ਨਾਲ ਵਰਤਣਾ ਸਿਖਾਏਗਾ। ਉਸਨੇ ਤੁਰੰਤ ਆਪਣੀ ਨੋਟਬੁੱਕ ਚੁੱਕੀ ਤੇ ਆਪਣਾ ਆਦਰਸ਼ ਰੁਟੀਨ ਲਿਖਿਆ। ਸਵੇਰੇ 6 ਵਜੇ ਉੱਠਣਾ, 7 ਵਜੇ ਤੱਕ ਐਕਸਰਸਾਈਜ਼, 7:30 ਤੱਕ ਨਾਸ਼ਤਾ, 8 ਵਜੇ ਤੋਂ 12 ਵਜੇ ਤੱਕ ਕੰਮ, 1 ਵਜੇ ਤੋਂ 5 ਵਜੇ ਤੱਕ ਦੁਬਾਰਾ ਕੰਮ, ਸ਼ਾਮ ਨੂੰ 1 ਘੰਟਾ ਖੁਦ ਲਈ ਕਿਤਾਬਾਂ ਪੜ੍ਹਨ, ਨਵੇਂ ਹੁਨਰ ਸਿੱਖਣ ਜਾਂ ਆਤਮ ਮੰਥਨ ਲਈ, ਤੇ 10 ਵਜੇ ਤੱਕ ਸੌ ਜਾਣਾ। ਰੁਟੀਨ ਬਣਾਉਣਾ ਆਸਾਨ ਸੀ ਪਰ ਉਸ ਨੂੰ ਨਿਭਾਉਣਾ ਸਭ ਤੋਂ ਵੱਡੀ ਚੁਣੌਤੀ ਸੀ। ਅਗਲੀ ਸਵੇਰ ਜਦੋਂ 6 ਵਜੇ ਅਲਾਰਮ ਵੱਜਿਆ ਤਾਂ ਰਿਤਿਕ ਨੇ ਫਿਰ ਪਹਿਲੇ ਦਿਨ ਵਾਂਗ ਹੋਰ 5 ਮਿੰਟ ਸੋਚ ਕੇ ਸਨੂਜ਼ ਬਟਨ ਦਬਾਉਣ ਦੀ ਕੋਸ਼ਿਸ਼ ਕੀਤੀ, ਪਰ ਅਚਾਨਕ ਉਸ ਨੂੰ ਯਾਦ ਆਇਆ ਕਿ ਉਹ ਹੁਣ ਆਪਣੀਆਂ ਪੁਰਾਣੀਆਂ ਆਦਤਾਂ 'ਚ ਵਾਪਸ ਨਹੀਂ ਜਾ ਸਕਦਾ। ਉਸ ਨੇ ਤੁਰੰਤ ਅਲਾਰਮ ਬੰਦ ਕੀਤਾ ਤੇ ਉੱਠ ਖੜਾ ਹੋਇਆ। ਉਸ ਨੇ ਫੋਨ 'ਚ ਟਾਈਮਰ ਲਾਇਆ ਤੇ ਆਪਣੇ ਨਵੇਂ ਰੁਟੀਨ ਮੁਤਾਬਕ ਐਕਸਰਸਾਈਜ਼ ਸ਼ੁਰੂ ਕਰ ਦਿੱਤੀ। ਪਹਿਲੇ ਕੁ ਦਿਨ ਉਸ ਲਈ ਬਹੁਤ ਔਖੇ ਰਹੇ। ਕਈ ਵਾਰ ਉਹ ਬੈਠ ਕੇ ਸੋਚਦਾ ਕਿ ਕੀ ਇਹ ਰੁਟੀਨ ਬਣਾਉਣਾ ਠੀਕ ਫੈਸਲਾ ਸੀ, ਪਰ ਜਿਵੇਂ-ਜਿਵੇਂ ਦਿਨ ਬੀਤਣ ਲੱਗੇ ਉਹ ਇਸ ਰੁਟੀਨ ਦਾ ਆਨੰਦ ਲੈਣ ਲੱਗ ਪਿਆ। ਰੁਟੀਨ ਦਾ ਸਭ ਤੋਂ ਵਧੀਆ ਪ੍ਰਭਾਵ ਉਸ ਦੀ ਉਤਪਾਦਕਤਾ ਤੇ ਹੋਇਆ। ਹੁਣ ਜਦੋਂ ਉਹ ਆਪਣੇ ਕੰਮ ਤੇ ਬੈਠਦਾ ਤਾਂ ਪੂਰਾ ਧਿਆਨ ਕੰਮ ਤੇ ਹੁੰਦਾ। ਉਸ ਨੂੰ ਪਤਾ ਹੁੰਦਾ ਸੀ ਕਿ ਹਰ ਕੰਮ ਲਈ ਇੱਕ ਨਿਰਧਾਰਤ ਸਮਾਂ ਹੈ ਤੇ ਇਹ ਜ਼ਿੰਦਗੀ ਨੂੰ ਬਿਹਤਰ ਬਣਾਉਂਦਾ ਹੈ। ਇੱਕ ਦਿਨ ਦਫ਼ਤਰ ਵਿੱਚ ਰਿਤਿਕ ਦੇ ਮੈਨੇਜਰ ਨੇ ਉਸ ਨੂੰ ਕਿਹਾ, ਤੂੰ ਪਿਛਲੇ ਹਫ਼ਤੇ ਬਹੁਤ ਵਧੀਆ ਕੰਮ ਕੀਤਾ ਹੈ, ਇਹ ਤਕਰੀਬਨ ਕਿਸੇ ਨੇ ਨਹੀਂ ਕੀਤਾ, ਕੀ ਤੂੰ ਠੀਕ ਹੈ? ਰਿਤਿਕ ਹੌਲੀ-ਹੌਲੀ ਮੁਸਕਰਾਇਆ ਤੇ ਕਿਹਾ, ਸਰ, ਬਸ ਕੁਝ ਅਨੁਸ਼ਾਸਨ ਵਿੱਚ ਆ ਰਿਹਾ ਹਾਂ। ਸ਼ਾਮ ਨੂੰ ਜਦੋਂ ਉਹ ਘਰ ਪਰਤਿਆ ਤਾਂ ਉਸ ਨੂੰ ਮਹਿਸੂਸ ਹੋਇਆ ਕਿ ਰੁਟੀਨ ਸਿਰਫ ਸਮੇਂ ਦਾ ਸਹੀ ਪ੍ਰਬੰਧਨ ਨਹੀਂ ਬਲਕਿ ਇਹ ਜ਼ਿੰਦਗੀ ਨੂੰ ਵਧੀਆ ਬਣਾਉਣ ਦਾ ਇੱਕ ਢੰਗ ਵੀ ਹੈ। ਹੁਣ ਉਹ ਆਪਣੇ ਖਾਲੀ ਸਮੇਂ 'ਚ ਨਵੀਆਂ ਕਿਤਾਬਾਂ ਪੜ੍ਹਨ ਲੱਗ ਪਿਆ ਸੀ। ਹਰ ਰਾਤ ਸੁੱਤਣ ਤੋਂ ਪਹਿਲਾਂ ਉਹ ਆਪਣੀ ਦਿਨਚਰੀ ਦਾ ਮੁਲਾਂਕਣ ਕਰਦਾ, ਪਰ ਜ਼ਿੰਦਗੀ ਹਮੇਸ਼ਾ ਆਸਾਨ ਨਹੀਂ ਹੁੰਦੀ। ਇੱਕ ਐਤਵਾਰ ਉਸ ਦੇ ਦੋਸਤ ਰਾਹੁਲ ਦਾ ਫੋਨ ਆਇਆ, ਭਾਈ ਆਜ ਫਿਲਮ ਦੇਖਣ ਚੱਲ ਰਹੇ ਹੋ? ਰਿਤਿਕ ਥੋੜਾ ਉਲਝ ਗਿਆ। ਜੇਕਰ ਉਹ ਫਿਲਮ ਦੇਖਣ ਜਾਂਦਾ ਤਾਂ ਉਸ ਦਾ ਸ਼ਾਮ ਦੀ ਪੜ੍ਹਾਈ ਦਾ ਸਮਾਂ ਵਿਅਰਥ ਹੋ ਜਾਂਦਾ, ਪਰ ਫਿਰ ਉਸਨੇ ਸੋਚਿਆ, ਰੁਟੀਨ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੀ ਜ਼ਿੰਦਗੀ ਦਾ ਆਨੰਦ ਲੈਣਾ ਛੱਡ ਦਵਾਂ। ਉਸਨੇ ਇੱਕ ਨਵਾਂ ਸਿੱਖਿਆ, ਰੁਟੀਨ ਦਾ ਮਤਲਬ ਸਖਤ ਨਿਯਮ ਨਹੀਂ ਬਲਕਿ ਸੰਤੁਲਨ ਹੈ। ਇਸ ਤੋਂ ਬਾਅਦ ਉਸਨੇ ਆਪਣੇ ਸ਼ਡਿਊਲ ਵਿੱਚ ਕੁਝ ਫ੍ਰੀ ਟਾਈਮ ਵੀ ਸ਼ਾਮਲ ਕਰ ਲਿਆ, ਜਿਸ ਵਿੱਚ ਉਹ ਪਰਿਵਾਰ ਨਾਲ ਇੱਕ ਗੱਲਬਾਤ ਕਰ ਸਕਦਾ, ਦੋਸਤਾਂ ਨਾਲ ਵਕਤ ਬਿਤਾ ਸਕਦਾ ਜਾਂ ਬਸ ਆਰਾਮ ਕਰ ਸਕਦਾ। ਕਿਤਾਬ ਵਿੱਚ ਵੀ ਇੱਕ ਸ਼ਾਨਦਾਰ ਲਾਈਨ ਲਿਖੀ ਸੀ, ਇੱਕ ਬਹੁਤ ਜ਼ਿਆਦਾ ਕੜਕ ਰੁਟੀਨ ਬੋਝ ਬਣ ਸਕਦਾ ਹੈ, ਇਸ ਲਈ ਕੁਝ ਲਚਕਤਾ ਰੱਖੋ। ਕੁਝ ਹਫ਼ਤੇ ਬੀਤ ਚੁੱਕੇ ਸਨ। ਹੁਣ ਰਿਤਿਕ ਆਪਣੀ ਨਵੀਂ ਰੁਟੀਨ ਵਿੱਚ ਪੂਰੀ ਤਰ੍ਹਾਂ ਗੱਬ ਗਿਆ ਸੀ। ਸਵੇਰੇ ਜਲਦੀ ਉੱਠਣਾ, ਵਰਕਆਊਟ ਕਰਨਾ ਤੇ ਦਿਨ ਨੂੰ ਉਤਪਾਦਕ ਢੰਗ ਨਾਲ ਬਿਤਾਉਣਾ ਹੁਣ ਉਸ ਦੀ ਆਦਤ ਬਣ ਚੁੱਕੀ ਸੀ। ਪਰ ਜ਼ਿੰਦਗੀ ਹਮੇਸ਼ਾ ਇੱਕੋ ਰਸਤੇ ਤੇ ਨਹੀਂ ਚੱਲਦੀ। ਇੱਕ ਸ਼ਾਮ ਦਫ਼ਤਰ ਤੋਂ ਘਰ ਆਉਂਦੇ ਹੀ ਉਹ ਬਹੁਤ ਥੱਕਾ ਹੋਇਆ ਮਹਿਸੂਸ ਕਰ ਰਿਹਾ ਸੀ। ਉਸਨੇ ਸੋਚਿਆ, ਆਓ ਕੁਝ ਸਮਾਂ ਆਰਾਮ ਕਰੀਏ। ਉਸਨੇ ਟੀਵੀ ਚਾਲੂ ਕੀਤਾ ਤੇ ਸੀਰੀਅਲ ਦੇਖਦੇ-ਦੇਖਦੇ 3 ਘੰਟੇ ਵਿਅਰਥ ਕਰ ਦਿੱਤੇ। ਰਾਤ ਨੂੰ ਜਦ ਉਹ ਆਪਣੇ ਚਾਰਟ ਵੱਲ ਦੇਖਿਆ ਤਾਂ ਉਹ ਅੰਦਰੋਂ ਹੀ ਅੰਦਰ ਸ਼ਰਮਿੰਦਾ ਹੋ ਗਿਆ। ਯਾਰ, ਸਭ ਕੁਝ ਵਧੀਆ ਚੱਲ ਰਿਹਾ ਸੀ ਤੇ ਅੱਜ ਫਿਰ ਉਹੀ ਪੁਰਾਣੀਆਂ ਆਦਤਾਂ। ਉਸਨੇ ਤੁਰੰਤ ਕਿਤਾਬ ਖੋਲੀ ਤੇ ਅਗਲਾ ਪਾਠ ਪੜ੍ਹਨਾ ਸ਼ੁਰੂ ਕੀਤਾ। ਤੀਜੇ ਪਾਠ ਦਾ ਸਿਰਲੇਖ ਸੀ, ਆਪਣੇ ਆਪ ਤੇ ਕਾਬੂ ਪਾਓ। ਪਹਿਲੀ ਹੀ ਲਾਈਨ ਨੇ ਉਸ ਨੂੰ ਝੰਜੋੜ ਕੇ ਰੱਖ ਦਿੱਤਾ। ਆਤਮ ਨਿਯੰਤਰਣ ਬਹੁਤ ਜ਼ਰੂਰੀ ਹੈ ਤਾਂ ਜੋ ਅਲਪਸਮੇਂ ਦੇ ਸੁੱਖਾਂ ਦੇ ਲਾਲਚ ਤੋਂ ਬਚਿਆ ਜਾ ਸਕੇ। ਰਿਤਿਕ ਨੇ ਆਪਣੇ ਆਪ ਨਾਲ ਕਿਹਾ, ਇਹੀ ਤਾਂ ਮੇਰੀ ਸਭ ਤੋਂ ਵੱਡੀ ਸਮੱਸਿਆ ਹੈ। ਮੈਂ ਹਮੇਸ਼ਾ ਛੋਟੇ-ਛੋਟੇ ਸੁੱਖਾਂ ਦੇ ਪਿੱਛੇ ਭੱਜਦਾ ਹਾਂ, ਚਾਹੇ ਉਹ ਘੰਟਿਆਂ ਸੋਸ਼ਲ ਮੀਡੀਆ ਸਕਰੋਲ ਕਰਨਾ ਹੋਵੇ ਜਾਂ ਉਹ ਕੰਮ ਜੋ ਮੇਰੇ ਵੱਡੇ ਲਕਸ਼ਾਂ ਵਿਰੁੱਧ ਜਾਂਦੇ ਹਨ। ਕਿਤਾਬ 'ਚ ਹੋਰ ਵੀ ਇੱਕ ਗਹਿਰੀ ਗੱਲ ਲਿਖੀ ਸੀ, ਧਿਆਨ ਭਟਕਾਉਣ ਵਾਲੀਆਂ ਚੀਜ਼ਾਂ ਹਰ ਜਗ੍ਹਾ ਹੁੰਦੀਆਂ ਹਨ ਤੇ ਉਹ ਅਕਸਰ ਇੱਕ ਮਾਸੂਮ ਬ੍ਰੇਕ ਵਾਂਗ ਲੱਗਦੀਆਂ ਹਨ, ਪਰ ਹਰੇਕ ਛੋਟੀ ਤਮੰਨਾ ਤੁਹਾਡੀ ਤਰੱਕੀ 'ਚ ਰੁਕਾਵਟ ਪੈਦਾ ਕਰ ਸਕਦੀ ਹੈ। ਦੂਜੇ ਹੀ ਦਿਨ ਰਿਤਿਕ ਨੇ ਆਪਣੇ ਆਪ 'ਚ ਆਤਮ ਨਿਯੰਤਰਣ ਲਿਆਉਣ ਦਾ ਪੱਕਾ ਫੈਸਲਾ ਕਰ ਲਿਆ। ਰਿਤਿਕ ਨੇ ਸਭ ਤੋਂ ਪਹਿਲਾਂ ਆਪਣੇ ਸਭ ਤੋਂ ਵੱਡੇ ਧਿਆਨਭੰਗ ਕਰਨ ਵਾਲੇ ਤੱਤ ਦੀ ਪਛਾਣ ਕੀਤੀ, ਉਸ ਦਾ ਮੋਬਾਈਲ। ਉਸਨੇ ਆਪਣੇ ਫੋਨ ਤੋਂ ਬੇਲੋੜੇ ਐਪਸ ਹਟਾ ਦਿੱਤੀਆਂ ਅਤੇ ਸਕਰੀਨ ਟਾਈਮ ਦੀ ਸੀਮਾ ਨਿਰਧਾਰਤ ਕਰ ਲਈ। ਹੁਣ ਉਹ ਦਿਨ ਵਿੱਚ ਸਿਰਫ ਇੱਕ ਵਾਰ, ਉਹ ਵੀ 15 ਮਿੰਟ ਲਈ ਹੀ ਸੋਸ਼ਲ ਮੀਡੀਆ ਚੈੱਕ ਕਰੇਗਾ। ਪਹਿਲੇ ਦਿਨ ਇਹ ਕਰਨਾ ਉਸ ਲਈ ਬਹੁਤ ਮੁਸ਼ਕਲ ਸੀ। ਬਹੁਤ ਵਾਰ ਉਸ ਦਾ ਮਨ ਹੋਇਆ
कि फोन चुक लवे, पर फिर उसने अपने आप ਨੂੰ ਇੱਕ ਗੱਲ याद ਦਿਵਾਈ, ਆਤਮ ਨਿਯੰਤਰਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਚੀਜ਼ ਤੋਂ ਦੂਰ ਰਹੋ, ਬਲਕਿ ਇਹ ਹੈ ਕਿ ਤੁਸੀਂ ਆਪਣੀ ਤਰਜੀਹ ਨਿਰਧਾਰਤ ਕਰੋ ਅਤੇ ਜੋ ਤੁਹਾਡੇ ਟੀਚਿਆਂ ਦੇ ਖਿਲਾਫ ਹੈ ਉਸ ਨੂੰ ਨਹੀਂ ਕਹਿਣਾ ਸਿੱਖੋ। ਕੁਝ ਦਿਨਾਂ ਬਾਅਦ ਇੱਕ ਹੋਰ ਚੁਣੌਤੀ ਆਈ। ਸ਼ਨੀਵਾਰ ਦੀ ਸ਼ਾਮ ਉਸ ਦੇ ਦੋਸਤਾਂ ਨੇ ਉਸ ਨੂੰ ਪਾਰਟੀ ਲਈ ਸੱਦਾ ਦਿੱਤਾ। ਉਹ ਜਾਣਦਾ ਸੀ ਕਿ ਜੇਕਰ ਉਹ ਗਿਆ ਤਾਂ ਪੂਰੀ ਰਾਤ ਪਾਰਟੀ ਵਿੱਚ ਬੀਤ ਜਾਵੇਗੀ ਅਤੇ ਅਗਲੇ ਦਿਨ ਸਵੇਰੇ ਵਰਕਆਊਟ ਕਰਨਾ ਅਸੰਭਵ ਹੋ ਜਾਵੇਗਾ। ਉਸਨੇ ਆਪਣੇ ਆਪ ਨੂੰ ਇੱਕ ਸਵਾਲ ਪੁੱਛਿਆ ਕਿ ਮੈਨੂੰ ਜਾਣਾ ਚਾਹੀਦਾ ਹੈ ਜਾਂ ਮੈਨੂੰ ਆਪਣੇ ਲੰਬੇ ਸਮੇਂ ਵਾਲੇ ਟੀਚਿਆਂ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ। ਉਸ ਨੂੰ ਕਿਤਾਬ ਦੀ ਇੱਕ ਹੋਰ ਲਾਈਨ ਯਾਦ ਆਈ, ਹਰ ਵਾਰ ਜਦੋਂ ਤੁਸੀਂ ਇੱਕ ਤਮੰਨਾ ਦਾ ਵਿਰੋਧ ਕਰਦੇ ਹੋ ਤਾਂ ਤੁਸੀਂ ਉਸ ਵਿਅਕਤੀ ਦੇ ਇੱਕ ਕਦਮ ਨੇੜੇ ਆ ਜਾਂਦੇ ਹੋ ਜੋ ਤੁਸੀਂ ਬਣਨਾ ਚਾਹੁੰਦੇ ਹੋ। ਇਹ ਸੋਚਦੇ ਹੋਏ ਰਿਤਿਕ ਨੇ ਪਾਰਟੀ ਨਾ ਜਾਣ ਦਾ ਫੈਸਲਾ ਕੀਤਾ। ਉਸਨੇ ਦੋਸਤਾਂ ਕੋਲੋਂ ਮਾਫੀ ਮੰਗੀ ਤੇ ਉਹਨਾਂ ਨੂੰ ਸਮਝਾਇਆ ਕਿ ਉਹ ਇਸ ਸਮੇਂ ਆਪਣੀ ਜ਼ਿੰਦਗੀ ਤੇ ਕੰਮ ਕਰ ਰਿਹਾ ਹੈ। ਇੱਕ ਸ਼ਾਮ ਜਦ ਰਿਤਿਕ ਕਿਤਾਬ ਪੜ੍ਹ ਰਿਹਾ ਸੀ, ਉਸਨੇ ਇੱਕ ਹੋਰ ਸ਼ਕਤੀਸ਼ਾਲੀ ਗੱਲ ਪੜ੍ਹੀ। ਅਨੁਸ਼ਾਸਨ ਦਾ ਮਤਲਬ ਹੈ ਤੁਸੀਂ ਉਹ ਚੀਜ਼ ਚੁਣੋ ਜੋ ਤੁਹਾਨੂੰ ਹੋਣੀ ਚਾਹੀਦੀ ਹੈ ਅਤੇ ਉਹ ਜੋ ਤੁਹਾਨੂੰ ਸਭ ਤੋਂ ਵੱਧ ਚਾਹੀਦੀ ਹੈ। ਉਸ ਨੂੰ ਮਹਿਸੂਸ ਹੋਇਆ ਕਿ ਆਤਮ ਨਿਯੰਤਰਣ ਸਿਰਫ ਵੱਡੀਆਂ ਚੀਜ਼ਾਂ ਲਈ ਨਹੀਂ ਬਲਕਿ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਆਦਤਾਂ ਵਿੱਚ ਵੀ ਲਾਜ਼ਮੀ ਹੈ। ਉਸਨੇ ਫੈਸਲਾ ਕੀਤਾ ਕਿ ਉਹ ਆਪਣੇ ਜੀਵਨ ਦੇ ਹਰ ਪਹਿਲੂ ਵਿੱਚ ਇਸ ਨੂੰ ਲਾਗੂ ਕਰੇਗਾ। ਉਦਾਹਰਣ ਵਜੋਂ ਉਹ ਦਫ਼ਤਰ ਵਿੱਚ ਲੰਚ ਤੋਂ ਬਾਅਦ ਮਿੱਠਾ ਖਾਣ ਦੀ ਆਦਤ 'ਚ ਪੈ ਗਿਆ ਸੀ, ਪਰ ਹੁਣ ਉਸਨੇ ਇਹ ਛੱਡਣ ਦਾ ਨਿਰਣੇ ਲਿਆ ਜਦ ਪਹਿਲੀ ਵਾਰ ਉਸਨੇ ਆਪਣੇ ਮਨਪਸੰਦ ਗੁਲਾਬ ਜਾਮੁਨ ਨੂੰ ਵੇਖਿਆ। ਉਸਨੇ ਆਪਣੇ ਆਪ ਨੂੰ ਕਿਹਾ, ਨਹੀਂ, ਇਹ ਮੇਰੇ ਫਿਟਨੈਸ ਟੀਚਿਆਂ ਦੇ ਵਿਰੁੱਧ ਹੈ। ਉਸਨੇ ਮਹਿਸੂਸ ਕੀਤਾ ਕਿ ਆਤਮ ਨਿਯੰਤਰਣ ਕਿੰਨਾ ਮੁਸ਼ਕਲ ਪਰ ਕਿੰਨਾ ਜ਼ਰੂਰੀ ਹੈ। ਉਸ ਨੂੰ ਕਿਤਾਬ ਦੀ ਇੱਕ ਹੋਰ ਲਾਈਨ ਯਾਦ ਆਈ, ਆਤਮ ਨਿਯੰਤਰਣ ਨੂੰ ਹਾਸਲ ਕਰਨ ਦੀ ਕੁੰਜੀ ਇਹ ਹੈ ਕਿ ਜਦ ਵੀ ਤੁਸੀਂ ਕਿਸੇ ਲਾਲਚ 'ਚ ਫਸੋ, ਆਪਣੇ ਵੱਡੇ ਟੀਚਿਆਂ ਨੂੰ ਯਾਦ ਕਰੋ। ਇਸ ਸੋਚ ਨੂੰ ਮਨ ਵਿੱਚ ਰੱਖਦੇ ਹੋਏ ਉਸਨੇ ਆਪਣੇ ਆਲੇ-ਦੁਆਲੇ ਉਹ ਚੀਜ਼ਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ ਜੋ ਉਸ ਨੂੰ ਉਸ ਦੀ ਉੱਚੀ ਮੰਜ਼ਿਲ ਦੀ ਯਾਦ ਦਿਵਾਉਣ। ਉਸ ਦੀ ਨੋਟਬੁੱਕ, ਕੰਮ ਦੀ ਯੋਜਨਾ ਤੇ ਉਸ ਦਾ ਆਪਣਾ ਯਾਤਰਾ ਚਾਰਟ, ਇਹ ਸਭ ਕੁਝ ਹੁਣ ਉਸ ਲਈ ਮੋਟੀਵੇਸ਼ਨ ਬਣ ਗਏ। ਹੁਣ ਜਦ ਵੀ ਕੋਈ ਧਿਆਨਭੰਗ ਹੋਣ ਵਾਲੀ ਚੀਜ਼ ਸਾਹਮਣੇ ਆਉਂਦੀ, ਉਹ ਆਪਣੇ ਆਪ ਨੂੰ ਸਿਰਫ ਇੱਕ ਸਵਾਲ ਪੁੱਛਦਾ ਕਿ ਇਹ ਮੈਨੂੰ ਮੇਰੇ ਵੱਡੇ ਟੀਚਿਆਂ ਦੇ ਨੇੜੇ ਲੈ ਜਾਵੇਗਾ ਜਾਂ ਦੂਰ। ਕੁਝ ਹਫ਼ਤਿਆਂ ਬਾਅਦ ਉਸ ਦੇ ਦਫ਼ਤਰ ਵਿੱਚ ਇੱਕ ਨਵਾਂ ਚੁਣੌਤੀਪੂਰਨ ਪਰਿਯੋਜਨਾ ਆਈ। ਕੰਪਨੀ ਨੇ ਉਸ ਨੂੰ ਇੱਕ ਹੋਰ ਵੱਡਾ ਪ੍ਰੋਜੈਕਟ ਦਿੱਤਾ ਜਿਸ ਲਈ ਉਸ ਨੂੰ ਰਾਤ ਦੇ ਦੇਰ ਤੱਕ ਕੰਮ ਕਰਨਾ ਪੈਂਦਾ। ਪਹਿਲਾਂ ਉਹ ਹਮੇਸ਼ਾ ਇੰਜ ਦੇ ਹਾਲਾਤਾਂ ਵਿੱਚ ਬਹਾਨੇ ਲੱਭਣ ਦੀ ਕੋਸ਼ਿਸ਼ ਕਰਦਾ ਕਿ ਕਿਸੇ ਤਰੀਕੇ ਨਾਲ ਇਹ ਪ੍ਰੋਜੈਕਟ ਟਾਲਿਆ ਜਾ ਸਕੇ, ਪਰ ਹੁਣ ਉਸਨੇ ਆਪਣੇ ਆਪ 'ਚ ਸੈਲਫ ਕੰਟਰੋਲ ਵਿਕਸਿਤ ਕਰ ਲਿਆ ਸੀ। ਉਸਨੇ ਆਪਣੇ ਦਿਨਚਰਿਆ ਵਿੱਚ ਕੁਝ ਬਦਲਾਅ ਕੀਤੇ ਤਾਂ ਕਿ ਨਾ ਸਿਰਫ ਉਹ ਪ੍ਰੋਜੈਕਟ ਤੇ ਧਿਆਨ ਕੇਂਦਰਿਤ ਕਰ ਸਕੇ, ਸਗੋਂ ਆਪਣੀਆਂ ਹੋਰ ਆਦਤਾਂ ਨੂੰ ਵੀ ਬਣਾਈ ਰੱਖ ਸਕੇ। ਰਿਤਿਕ ਨੂੰ ਹੁਣ ਸਮਝ ਆਉਣ ਲੱਗਿਆ ਹੈ ਕਿ ਸੈਲਫ ਕੰਟਰੋਲ ਸਿਰਫ ਵਿਖਾਦਾਵਾਂ ਨੂੰ ਅਣਡਿੱਠਾ ਕਰਨ ਲਈ ਨਹੀਂ, ਸਗੋਂ ਮੁਸ਼ਕਿਲ ਹਾਲਾਤਾਂ ਵਿੱਚ ਆਪਣੇ ਆਪ ਨੂੰ ਸੰਭਾਲਣ ਲਈ ਵੀ ਬਹੁਤ ਜ਼ਰੂਰੀ ਹੁੰਦਾ ਹੈ। ਇਸ ਕਿਤਾਬ ਦੇ ਪਾਠ ਨੇ ਉਸ ਦੀ ਜ਼ਿੰਦਗੀ ਦਾ ਹੋਰ ਇੱਕ ਨਵਾਂ ਦਰਵਾਜ਼ਾ ਖੋਲ੍ਹ ਦਿੱਤਾ। ਉਸ ਨੂੰ ਮਹਿਸੂਸ ਹੋਇਆ ਕਿ ਜੋ ਲੋਕ ਆਪਣੀਆਂ ਛੋਟੀ-ਛੋਟੀ ਖਾਸ਼ਾਂ ਤੇ ਕੰਟਰੋਲ ਕਰਨਾ ਸਿੱਖ ਜਾਂਦੇ ਹਨ, ਉਹੀ ਵੱਡੀਆਂ ਚੀਜ਼ਾਂ ਹਾਸਲ ਕਰ ਸਕਦੇ ਹਨ। ਪਰ ਕੁਝ ਅਜਿਹਾ ਸੀ ਜੋ ਅਜੇ ਵੀ ਰਿਤਿਕ ਨੂੰ ਅੰਦਰੋਂ ਖਟਕਦਾ ਸੀ। ਕਈ ਵਾਰ ਜਦੋਂ ਉਹ ਕੰਮ ਕਰ ਰਿਹਾ ਹੁੰਦਾ, ਉਸ ਦਾ ਮਨ ਭਟਕਣ ਲੱਗ ਜਾਂਦਾ। ਇੱਕ ਕੰਮ ਵਿੱਚ ਲੱਗੇ ਹੋਏ ਵੀ ਪੁਰਾਣੀਆਂ ਯਾਦਾਂ ਜਾਂ ਭਵਿੱਖ ਦੀਆਂ ਚਿੰਤਾਵਾਂ ਉਸ ਦੇ ਮਨ ਵਿੱਚ ਆਉਣ ਲੱਗਦੀਆਂ। ਕਈ ਵਾਰ ਉਹ ਸੋਚਦਾ ਕਿ ਜੇਕਰ ਉਸ ਦੀ ਯੋਜਨਾਵਾਂ ਫੇਲ ਹੋ ਗਈਆਂ ਤਾਂ ਕੀ ਹੋਵੇਗਾ, ਜਾਂ ਕਈ ਵਾਰ ਉਹ ਆਪਣੀਆਂ ਪੁਰਾਣੀਆਂ ਗਲਤੀਆਂ ਬਾਰੇ ਸੋਚ-ਸੋਚ ਕੇ ਸਮਾਂ ਬਰਬਾਦ ਕਰ ਲੈਂਦਾ। ਇੱਕ ਸ਼ਾਮ ਜਦੋਂ ਉਹ ਆਪਣੇ ਫਲੈਟ ਦੀ ਬਾਲਕਨੀ ਵਿੱਚ ਬੈਠਾ ਸੀ, ਉਸਨੇ ਆਪਣੇ ਆਪ ਨਾਲ ਗੱਲਬਾਤ ਕੀਤੀ, ਮੈਂ ਸੈਲਫ ਡਿਸਪਲਿਨ ਅਤੇ ਕੰਟਰੋਲ ਤੇ ਤਾਂ ਕੰਮ ਕਰ ਲਿਆ, ਪਰ ਇਹ ਮਨ ਕਿਉਂ ਭਟਕਦਾ ਰਹਿੰਦਾ ਹੈ। ਉਸ ਨੂੰ ਲੱਗਾ ਕਿ ਇਹ ਉਸਦੇ ਜੀਵਨ ਦਾ ਅਗਲਾ ਸਬਕ ਹੋ ਸਕਦਾ ਹੈ। ਉਸਨੇ ਕਿਤਾਬ ਖੋਲੀ ਅਤੇ ਚੌਥੇ ਪਾਠ ਤੇ ਪਹੁੰਚਿਆ ਜਿਸਦਾ ਨਾਂ ਸੀ ਮਾਈਂਡਫੁਲਨੈਸ ਦੀ ਪ੍ਰੈਕਟਿਸ। ਕਿਤਾਬ ਵਿੱਚ ਲਿਖਿਆ ਸੀ ਕਿ ਮਾਈਂਡਫੁਲ ਹੋਣ ਨਾਲ ਧਿਆਨ ਅਤੇ ਫਿਕਰਾਂ ਤੇ ਨਿਯੰਤਰਣ ਲਿਆ ਸਕਦੇ ਹਾਂ, ਜਿਸ ਨਾਲ ਸਾਡੇ ਫੈਸਲੇ ਲੈਣ ਦੀ ਸਮਰੱਥਾ ਅਤੇ ਉਤਪਾਦਕਤਾ ਵੱਧਦੀ ਹੈ। ਇਹ ਪੜ੍ਹ ਕੇ ਰਿਤਿਕ ਨੂੰ ਲੱਗਾ ਕਿ ਇਹ ਉਸਦੀ ਸਭ ਤੋਂ ਵੱਡੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਉਸਨੇ ਸੋਚਿਆ, ਮੈਂ ਜਾਂ ਤਾਂ ਹਮੇਸ਼ਾ ਅਤੀਤ ਵਿੱਚ ਫਸਿਆ ਰਹਿੰਦਾ ਹਾਂ ਜਾਂ ਭਵਿੱਖ ਦੀ ਚਿੰਤਾ ਕਰਦਾ ਹਾਂ, ਪਰ ਸ਼ਾਇਦ ਮੈਂ ਇਸ ਮੌਜੂਦਾ ਪਲ ਨੂੰ ਜਿਉਣ ਵਿੱਚ ਅਸਫਲ ਹਾਂ। ਕਿਤਾਬ ਦੀ ਇੱਕ ਹੋਰ ਲਾਈਨ ਨੇ ਉਸਦਾ ਧਿਆਨ ਖਿੱਚਿਆ, ਮਨ ਇੱਕ ਬਾਂਦਰ ਵਾਂਗ ਹੈ ਜੋ ਹਮੇਸ਼ਾ ਇੱਕ ਸੋਚ ਤੋਂ ਦੂਜੀ ਸੋਚ ਤੇ ਕੁੱਦਦਾ ਰਹਿੰਦਾ ਹੈ। ਮਾਈਂਡਫੁਲ ਹੋਣ ਨਾਲ ਤੁਸੀਂ ਇਸ ਬਾਂਦਰ ਨੂੰ ਵਸ਼ ਵਿੱਚ ਕਰ ਸਕਦੇ ਹੋ ਅਤੇ ਮੌਜੂਦਾ ਪਲ ਵਿੱਚ ਰਹਿ ਸਕਦੇ ਹੋ। ਇਹ ਵਾਕ ਪੜ੍ਹਦੇ ਹੀ ਰਿਤਿਕ ਨੇ ਤੁਰੰਤ ਇਹ ਨਵਾਂ ਪਾਠ ਆਪਣੇ ਜੀਵਨ ਵਿੱਚ ਲਾਗੂ ਕਰਨ ਦਾ ਫੈਸਲਾ ਕਰ ਲਿਆ। ਅਗਲੀ ਸਵੇਰ
ਜਦੋਂ ਉਸਨੇ ਆਪਣੀ ਵਰਕਆਊਟ ਮੁਕੰਮਲ ਕੀਤੀ ਉਸਨੇ ਇੱਕ ਨਵੀਂ ਪ੍ਰੈਕਟਿਸ ਸ਼ੁਰੂ ਕਰਨ ਦਾ ਫੈਸਲਾ ਕੀਤਾ। ਉਸਨੇ ਇੰਟਰਨੈਟ ਤੇ ਵੇਖਿਆ ਕਿ ਮਾਈਂਡਫੁਲਨੈਸ ਮੈਡੀਟੇਸ਼ਨ ਕਿਵੇਂ ਕੀਤੀ ਜਾਂਦੀ ਹੈ। ਉਸਨੇ ਆਪਣੀ ਬਾਲਕਨੀ ਵਿੱਚ ਇੱਕ ਸ਼ਾਂਤ ਜਗ੍ਹਾ ਚੁਣੀ, ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਗਹਿਰੀਆਂ ਸਾਹਾਂ ਲੈਣ ਲੱਗਾ। ਪਹਿਲੇ ਕੁ ਮਿੰਟਾਂ ਤੱਕ ਉਸਦਾ ਦਿਮਾਗ ਹਰ ਪਾਸੇ ਭਟਕਦਾ ਰਿਹਾ, ਕਦੇ ਦਫ਼ਤਰ ਦੇ ਕੰਮ ਦੀ ਚਿੰਤਾ ਤਾਂ ਕਦੇ ਪੁਰਾਣੇ ਝਗੜੇ ਦੀ ਯਾਦ। ਪਰ ਉਸਨੇ ਆਪਣੇ ਆਪ ਨੂੰ ਸਮਝਾਇਆ, ਜੋ ਵੀ ਖਿਆਲ ਆਉਂਦੇ ਹਨ ਆਉਣ ਦਿਓ, ਪਰ ਮੈਂ ਆਪਣੇ ਸਾਹਾਂ ਤੇ ਧਿਆਨ ਕੇਂਦਰਿਤ ਕਰਾਂਗਾ। ਹੌਲੀ-ਹੌਲੀ ਉਸਦੇ ਵਿਚਾਰ ਹੌਲੇ ਹੋਣ ਲੱਗੇ। ਜਿਵੇਂ-ਜਿਵੇਂ ਉਹ ਗਹਿਰੀਆਂ ਸਾਹਾਂ ਲੈਂਦਾ ਗਿਆ ਉਸਦਾ ਮਨ ਸ਼ਾਂਤ ਹੋਣ ਲੱਗਾ। ਇਹ ਪਹਿਲੀ ਵਾਰ ਸੀ ਜਦੋਂ ਉਸਨੂੰ ਮਹਿਸੂਸ ਹੋਇਆ ਕਿ ਉਹ ਆਪਣੇ ਦਿਮਾਗ ਨੂੰ ਕੰਟਰੋਲ ਕਰ ਸਕਦਾ ਹੈ। ਕਿਤਾਬ ਵਿੱਚ ਲਿਖਿਆ ਸੀ, ਮਾਈਂਡਫੁਲ ਹੋਣ ਦਾ ਮਤਲਬ ਵਿਚਾਰਾਂ ਨੂੰ ਬੰਦ ਕਰਨਾ ਨਹੀਂ, ਸਗੋਂ ਉਨ੍ਹਾਂ ਨੂੰ ਬਿਨਾਂ ਕਿਸੇ ਨਿਸ਼ਚਿਤ ਤਰੀਕੇ ਨਾਲ ਵੇਖਣਾ ਅਤੇ ਹੌਲੀ-ਹੌਲੀ ਆਪਣੇ ਧਿਆਨ ਨੂੰ ਵਾਪਸ ਮੌਜੂਦਾ ਪਲ 'ਚ ਲਿਆਉਣਾ ਹੈ। ਇਹ ਪ੍ਰੈਕਟਿਸ ਹੁਣ ਉਸਦੀ ਦਿਨਚਰਿਆ ਦਾ ਹਿੱਸਾ ਬਣ ਗਈ। ਹਰ ਸਵੇਰ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਉਹ 10 ਮਿੰਟ ਲਈ ਮੈਡੀਟੇਸ਼ਨ ਕਰਦਾ। ਕੁਝ ਹਫ਼ਤਿਆਂ ਵਿੱਚ ਇਸ ਦਾ ਪ੍ਰਭਾਵ ਉਸਦੀ ਜ਼ਿੰਦਗੀ ਤੇ ਦਿਖਾਈ ਦੇਣ ਲੱਗਾ। ਦਫ਼ਤਰ ਵਿੱਚ ਹੁਣ ਉਸਦਾ ਫੋਕਸ ਬਹੁਤ ਵਧੀਆ ਹੋ ਗਿਆ ਸੀ। ਜਦੋਂ ਵੀ ਉਸਦਾ ਧਿਆਨ ਭਟਕਦਾ ਉਹ ਕੁਝ ਪਲ ਗਹਿਰੀਆਂ ਸਾਹਾਂ ਲੈਂਦਾ ਅਤੇ ਫਿਰ ਨਵੇਂ ਉਤਸ਼ਾਹ ਨਾਲ ਕੰਮ ਵਿੱਚ ਲੱਗ ਜਾਂਦਾ। ਇੱਕ ਦਿਨ ਦਫ਼ਤਰ ਵਿੱਚ ਇੱਕ ਵੱਡਾ ਪ੍ਰੋਜੈਕਟ ਮਿਲਿਆ। ਟੀਮ ਲੀਡ ਨੇ ਸਭ ਨੂੰ ਦੱਸਿਆ ਕਿ ਇਹ ਕੰਮ ਬਹੁਤ ਮੁਸ਼ਕਲ ਹੋਵੇਗਾ ਅਤੇ ਡੈਡਲਾਈਨ ਵੀ ਤੰਗ ਹੈ। ਰਿਤਿਕ ਦੀ ਟੀਮ ਦੇ ਲੋਕ ਘਬਰਾ ਗਏ, ਪਰ ਉਹ ਸ਼ਾਂਤ ਰਿਹਾ। ਉਸਨੇ ਆਪਣੀ ਮਾਈਂਡਫੁਲਨੈਸ ਦਾ ਪ੍ਰੈਕਟਿਸ ਕੀਤਾ। ਜਦੋਂ ਬਾਕੀ ਲੋਕ ਚਿੰਤਾ ਵਿੱਚ ਗੱਲਾਂ ਕਰ ਰਹੇ ਸਨ, ਰਿਤਿਕ ਨੇ ਚੁੱਪਚਾਪ ਇੱਕ ਯੋਜਨਾ ਬਣਾਈ। ਉਸਨੇ ਆਪਣੇ ਕੰਮ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡ ਲਿਆ ਅਤੇ ਹਰ ਦਿਨ ਲਈ ਇੱਕ ਟਾਸਕ ਨਿਰਧਾਰਤ ਕੀਤਾ। ਉਸਦੀ ਸ਼ਾਂਤ ਅਤੇ ਵਿਵਸਥਿਤ ਅਪਰੋਚ ਦੇਖ ਕੇ ਟੀਮ ਲੀਡ ਨੇ ਉਸਦੀ ਤਾਰੀਫ ਕੀਤੀ। ਉਸਨੇ ਕਿਤਾਬ ਦੀ ਇੱਕ ਹੋਰ ਲਾਈਨ ਯਾਦ ਕੀਤੀ, ਮਾਈਂਡਫੁਲ ਹੋਣਾ ਨਾ ਸਿਰਫ ਤੁਹਾਨੂੰ ਤਣਾਅ ਦੇ ਸਮੇਂ ਸ਼ਾਂਤ ਰਹਿਣ ਵਿੱਚ ਮਦਦ ਕਰਦਾ ਹੈ, ਸਗੋਂ ਤੁਹਾਡੀ ਸੋਚ ਨੂੰ ਵੀ ਸਾਫ਼ ਕਰਦਾ ਹੈ ਅਤੇ ਵਧੀਆ ਫੈਸਲੇ ਲੈਣ ਵਿੱਚ ਮਦਦ ਕਰਦਾ ਹੈ। ਮਾਈਂਡਫੁਲਨੈਸ ਨੇ ਉਸਦੀ ਨਿੱਜੀ ਜ਼ਿੰਦਗੀ ਤੇ ਵੀ ਪ੍ਰਭਾਵ ਪਾਇਆ। ਪਹਿਲਾਂ ਜਦੋਂ ਉਹ ਦੋਸਤਾਂ ਨਾਲ ਹੁੰਦਾ ਤਾਂ ਅਕਸਰ ਉਸਦਾ ਧਿਆਨ ਕਿਤੇ ਹੋਰ ਹੁੰਦਾ, ਪਰ ਹੁਣ ਉਹ ਹਰ ਗੱਲਬਾਤ ਵਿੱਚ ਪੂਰੀ ਤਰ੍ਹਾਂ ਮੌਜੂਦ ਰਹਿੰਦਾ। ਇੱਕ ਦਿਨ ਉਸਨੇ ਆਪਣੀ ਮਾਂ ਨੂੰ ਫੋਨ ਕੀਤਾ। ਹੁਣ ਉਹ ਉਹਨਾਂ ਦੀ ਹਰ ਗੱਲ ਧਿਆਨ ਨਾਲ ਸੁਣਦਾ, ਜਦਕਿ ਪਹਿਲਾਂ ਹਾਂ ਠੀਕ ਹੈ ਆਖ ਕੇ ਗੱਲ ਮੁਕਾ ਦਿੰਦਾ ਸੀ। ਮਾਈਂਡਫੁਲਨੈਸ ਨੇ ਉਸਦੀ ਚਿੰਤਾ ਅਤੇ ਤਣਾਅ ਤੇ ਸਭ ਤੋਂ ਵੱਡਾ ਅਸਰ ਪਾਇਆ। ਪਹਿਲਾਂ ਉਹ ਛੋਟੀ-ਛੋਟੀ ਗੱਲਾਂ ਤੇ ਘਬਰਾ ਜਾਂਦਾ ਸੀ, ਪਰ ਹੁਣ ਜਦ ਵੀ ਉਹ ਤਣਾਅ ਮਹਿਸੂਸ ਕਰਦਾ ਉਹ ਗਹਿਰੀ ਸਾਹ ਲੈਂਦਾ ਅਤੇ ਆਪਣੇ ਆਪ ਨੂੰ ਯਾਦ ਦਿਲਾਉਂਦਾ, ਮੈਂ ਇਸ ਪਲ ਵਿੱਚ ਹਾਂ, ਹਕੀਕਤ ਇਹੀ ਹੈ, ਬਾਕੀ ਸਭ ਸਿਰਫ ਮੇਰੇ ਦਿਮਾਗ ਦਾ ਖੇਡ ਹੈ। ਕਿਤਾਬ ਵਿੱਚ ਇੱਕ ਹੋਰ ਲਾਈਨ ਸੀ ਜਿਸ ਨੂੰ ਰਿਤਿਕ ਨੇ ਆਪਣੇ ਵਰਕ ਸਪੇਸ ਦੀ ਕੰਧ ਤੇ ਲਿਖ ਕੇ ਲਗਾ ਦਿੱਤਾ, ਵਰਤਮਾਨ ਪਲ ਹੀ ਇੱਕੋ ਇੱਕ ਥਾਂ ਹੈ ਜਿੱਥੇ ਜ਼ਿੰਦਗੀ ਵਾਸਤਵ ਵਿੱਚ ਮੌਜੂਦ ਹੁੰਦੀ ਹੈ, ਇਸ ਨੂੰ ਜੀਣਾ ਸਿੱਖੋ। ਹੌਲੀ-ਹੌਲੀ ਮਾਈਂਡਫੁਲਨੈਸ ਉਸਦੀ ਜ਼ਿੰਦਗੀ ਦਾ ਹਿੱਸਾ ਬਣ ਗਈ। ਉਸਨੂੰ ਮਹਿਸੂਸ ਹੋਇਆ ਕਿ ਇਹ ਇੱਕ ਪ੍ਰੈਕਟਿਸ ਨਹੀਂ, ਸਗੋਂ ਇੱਕ ਨਵਾਂ ਜੀਣ ਦਾ ਢੰਗ ਹੈ। ਹੁਣ ਉਹ ਹਰ ਦਿਨ ਨੂੰ ਖੁੱਲ੍ਹੀਆਂ ਅੱਖਾਂ ਅਤੇ ਖੁੱਲ੍ਹੇ ਦਿਲ ਨਾਲ ਜੀਣ ਲੱਗ ਪਿਆ। ਰਿਤਿਕ ਨੂੰ ਸਮਝ ਆ ਗਿਆ ਕਿ ਮਾਈਂਡਫੁਲ ਹੋਣਾ ਸਿਰਫ ਮੈਡੀਟੇਸ਼ਨ ਤੱਕ ਸੀਮਿਤ ਨਹੀਂ, ਸਗੋਂ ਹਰ ਪਲ 'ਚ ਹੋ ਸਕਦਾ ਹੈ। ਚਾਹੇ ਤੁਸੀਂ ਖਾਣਾ ਖਾ ਰਹੇ ਹੋ, ਕੰਮ ਕਰ ਰਹੇ ਹੋ ਜਾਂ ਕਿਸੇ ਨਾਲ ਗੱਲਬਾਤ ਕਰ ਰਹੇ ਹੋ। ਇੱਕ ਸ਼ਾਮ ਜਦੋਂ ਉਹ ਬਾਲਕਨੀ ਵਿੱਚ ਬੈਠਿਆ, ਉਸਨੇ ਅਸਮਾਨ ਤੇ ਨਜ਼ਰ ਮਾਰੀ। ਸੂਰਜ ਡੁੱਬ ਰਿਹਾ ਸੀ ਅਤੇ ਬੱਦਲ ਨਾਰੰਗੀ ਰੰਗ ਦੇ ਹੋ ਗਏ। ਉਸਨੇ ਉਸ ਪਲ ਨੂੰ ਪੂਰੀ ਤਰ੍ਹਾਂ ਮਹਿਸੂਸ ਕੀਤਾ। ਪਹਿਲਾਂ ਉਹ ਇਹਨਾਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਨਜ਼ਰਅੰਦਾਜ਼ ਕਰ ਦਿੰਦਾ ਸੀ, ਪਰ ਹੁਣ ਉਸਨੂੰ ਇਹ ਮਹਿਸੂਸ ਹੋਇਆ ਕਿ ਇਹੀ ਪਲ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦੇ ਹਨ। ਕਿਤਾਬ ਦੇ ਇਸ ਲੈਸਨ ਨੇ ਉਸਦੀ ਸੋਚ ਨੂੰ ਬਦਲ ਦਿੱਤਾ। ਉਸਨੇ ਆਪਣੇ ਆਪ ਨਾਲ ਵਾਅਦਾ ਕੀਤਾ, ਜੇਕਰ ਮੈਂ ਹਰ ਪਲ ਨੂੰ ਧਿਆਨ ਨਾਲ ਜੀਣ ਸਿੱਖ ਲਵਾਂ ਤਾਂ ਸ਼ਾਇਦ ਜ਼ਿੰਦਗੀ ਦੀ ਹਰ ਚੁਣੌਤੀ ਆਸਾਨ ਹੋ ਜਾਵੇ। ਇਹ ਸੋਚ ਕੇ ਉਸਨੇ ਕਿਤਾਬ ਨੂੰ ਬੰਦ ਕੀਤਾ। ਅਗਲੇ ਚੈਪਟਰ ਦੀ ਉਮੀਦ ਵਿੱਚ ਹੁਣ ਉਸਦੀ ਜ਼ਿੰਦਗੀ ਟਰੈਕ ਤੇ ਆ ਰਹੀ ਸੀ। ਮਾਈਂਡਫੁਲਨੈਸ, ਸੈਲਫ ਕੰਟਰੋਲ ਅਤੇ ਰੂਟੀਨ ਦੀ ਮਦਦ ਨਾਲ ਉਹ ਪਹਿਲਾਂ ਨਾਲੋਂ ਕਈ ਗੁਣਾ ਜ਼ਿਆਦਾ ਸ਼ਾਂਤ ਤੇ ਉਤਸ਼ਾਹਤ ਮਹਿਸੂਸ ਕਰ ਰਿਹਾ ਸੀ। ਪਰ ਜ਼ਿੰਦਗੀ ਹਮੇਸ਼ਾ ਇੱਕੋ ਜਿਹੀ ਨਹੀਂ ਰਹਿੰਦੀ। ਕਦੇ-ਕਦੇ ਸਭ ਕੁਝ ਠੀਕ ਕਰਨ ਦੇ ਬਾਵਜੂਦ ਵੀ ਚੀਜ਼ਾਂ ਵਿਗੜਨ ਲੱਗਦੀਆਂ ਹਨ। ਇੱਕ ਦਿਨ ਰਿਤਿਕ ਨੂੰ ਦਫ਼ਤਰ 'ਚ ਇੱਕ ਵੱਡੀ ਜ਼ਿੰਮੇਵਾਰੀ ਮਿਲੀ। ਉਸਨੇ ਪੂਰੀ ਤਿਆਰੀ ਕਰ ਲਈ ਸੀ, ਹਰ ਛੋਟੀ ਡਿਟੇਲ ਤੇ ਧਿਆਨ ਦਿੱਤਾ, ਆਪਣੀ ਟੀਮ ਨਾਲ ਵਿਸ਼ਲੇਸ਼ਣ ਕੀਤਾ ਅਤੇ ਸਮੇਂ ਤੇ ਕੰਮ ਮੁਕੰਮਲ ਕਰਨ ਦਾ ਭਰੋਸਾ ਸੀ। ਪਰ ਜਿਵੇਂ-ਜਿਵੇਂ ਡੈਡਲਾਈਨ ਨੇੜੇ ਆਉਣ ਲੱਗੀ, ਸਭ ਕੁਝ ਗੜਬੜ ਹੋਣ ਲੱਗਾ। ਟੀਮ ਦੇ ਕੁਝ ਮੈਂਬਰ ਆਪਣੀਆਂ ਡੈਡਲਾਈਨਾਂ ਪੂਰੀਆਂ ਨਹੀਂ ਕਰ ਪਏ ਅਤੇ ਰਿਤਿਕ ਦਾ ਆਪਣਾ ਕੰਮ ਵੀ ਪਿੱਛੇ ਰਹਿ ਗਿਆ। ਉਸਨੇ ਜਿੰਨੀ ਮਿਹਨਤ ਕੀਤੀ ਉਸ ਤੋਂ ਕਈ ਗੁਣਾ ਵਧੇਰੇ ਤਣਾਅ ਮਹਿਸੂਸ ਹੋਇਆ। ਡੈਡਲਾਈਨ ਵਾਲੇ ਦਿਨ ਪ੍ਰੋਜੈਕਟ ਅਧੂਰਾ ਰਹਿ ਗਿਆ। ਮੈਨੇਜਰ ਨੇ ਆਪਣੇ ਕੈਬਿਨ 'ਚ ਬੁਲਾ ਕੇ ਉਸ ਤੇ ਨਾਰਾਜ਼ਗੀ ਜਤਾਈ। ਉਸਨੂੰ ਆਪਣੇ ਆਪ ਤੇ ਗੁੱਸਾ ਆਇਆ। ਉਸਨੇ ਸੋਚਿਆ, ਮੈਂ ਇੰਨੀ ਮਿਹਨਤ ਕੀਤੀ ਫਿਰ ਵੀ ਅਸਫਲ ਹੋ ਗਿਆ, ਸ਼ਾਇਦ ਮੈਂ ਇਸ ਕੰਮ ਲਈ ਬਣਿਆ ਹੀ ਨਹੀਂ।
ਉਹ ਸ਼ਾਮ ਉਹ ਬਾਲਕਨੀ ਵਿੱਚ ਬੈਠ ਗਿਆ ਨਿਰਾਸ਼ ਹੋ ਕੇ। ਉਸ ਨੂੰ ਲੱਗ ਰਿਹਾ ਸੀ ਕਿ ਪੂਰੀ ਮਿਹਨਤ ਵਿਅਰਥ ਚਲੀ ਗਈ। ਉਸਨੇ ਕਿਤਾਬ ਖੋਲੀ, ਅਗਲੇ ਚੈਪਟਰ ਤੇ ਪਹੁੰਚਿਆ। 5ਵੇਂ ਲੈਸਨ ਦਾ ਨਾਮ ਸੀ ਅਸਫਲਤਾਵਾਂ ਤੋਂ ਸਿੱਖੋ। ਪਹਿਲੀ ਹੀ ਲਾਈਨ ਨੇ ਰਿਤਿਕ ਨੂੰ ਸੋਚਣ ਤੇ ਮਜਬੂਰ ਕਰ ਦਿੱਤਾ। ਅਸਫਲਤਾ ਅੰਤ ਨਹੀਂ, ਇਹ ਸਫਲਤਾ ਵੱਲ ਇੱਕ ਕਦਮ ਹੈ। ਅਨੁਸ਼ਾਸਨ ਦਾ ਅਰਥ ਹੈ ਝਟਕਿਆਂ ਤੋਂ ਸਿੱਖਣਾ, ਨਾ ਕਿ ਉਹਨਾਂ ਨਾਲ ਨਿਰਾਸ਼ ਹੋਣਾ। ਕਿਤਾਬ ਅੱਗੇ ਕਹਿੰਦੀ ਸੀ, ਹਰ ਅਸਫਲਤਾ ਇੱਕ ਸਬਕ ਲੈ ਕੇ ਆਉਂਦੀ ਹੈ। ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ ਕਿ ਤੁਸੀਂ ਇਸ ਵਿੱਚੋਂ ਸਿੱਖਦੇ ਹੋ ਜਾਂ ਹਤਾਸ਼ ਹੋ ਜਾਂਦੇ ਹੋ। ਰਿਤਿਕ ਨੇ ਇੱਕ ਪਲ ਲਈ ਕਿਤਾਬ ਬੰਦ ਕੀਤੀ ਅਤੇ ਸੋਚਿਆ ਕਿ ਮੈਂ ਆਪਣੀ ਅਸਫਲਤਾ ਤੋਂ ਕੁਝ ਸਿੱਖ ਸਕਦਾ ਹਾਂ। ਅਗਲੇ ਕੁਝ ਦਿਨਾਂ ਤੱਕ ਉਸਨੇ ਆਪਣੇ ਪ੍ਰੋਜੈਕਟ ਤੇ ਧਿਆਨ ਨਾਲ ਰਿਵਿਊ ਕੀਤਾ ਤਾਂ ਕਿ ਉਹ ਆਪਣੀਆਂ ਗਲਤੀਆਂ ਨੂੰ ਸਮਝ ਸਕੇ ਅਤੇ ਖੁਦ ਨੂੰ ਬਿਹਤਰ ਬਣਾ ਸਕੇ। ਰਿਤਿਕ ਨੇ ਸੋਚਿਆ ਕਿ ਅਸਲ ਵਿੱਚ ਗਲਤੀ ਕਿੱਥੇ ਹੋਈ। ਉਸਨੂੰ ਸਮਝ ਆਇਆ ਕਿ ਉਸਨੇ ਕੁਝ ਛੋਟੀਆਂ-ਛੋਟੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਸੀ। ਉਹ ਟੀਮ ਨਾਲ ਨਿਯਮਤ ਚੈੱਕਸ ਕਰਨਾ ਭੁੱਲ ਗਿਆ ਤੇ ਕਈ ਵਾਰ ਕੰਮ ਨੂੰ ਠੀਕ ਤਰੀਕੇ ਨਾਲ ਡੈਲੀਗੇਟ ਕਰਨ ਦੀ ਬਜਾਏ ਆਪ ਹੀ ਸਭ ਕੁਝ ਸੰਭਾਲਣ ਦੀ ਕੋਸ਼ਿਸ਼ ਕੀਤੀ। ਕਿਤਾਬ ਵਿੱਚ ਲਿਖਿਆ ਸੀ, ਅਸਫਲਤਾਵਾਂ ਅਕਸਰ ਉਹਨਾਂ ਜ਼ਰੂਰੀ ਵੇਰਵਿਆਂ ਨੂੰ ਨਜ਼ਰਅੰਦਾਜ਼ ਕਰਨ ਕਰਕੇ ਹੁੰਦੀਆਂ ਹਨ। ਆਪਣੀਆਂ ਗਲਤੀਆਂ ਬਾਰੇ ਵਿਚਾਰ ਕਰੋ, ਖੁਦ ਨੂੰ ਦੋਸ਼ ਦੇਣ ਲਈ ਨਹੀਂ, ਸਵੈ ਸੁਧਾਰ ਲਈ। ਇਹ ਪੜ੍ਹ ਕੇ ਰਿਤਿਕ ਨੇ ਆਪਣੀਆਂ ਗਲਤੀਆਂ ਨੂੰ ਮੰਨਿਆ ਅਤੇ ਨਵੇਂ ਉਤਸ਼ਾਹ ਨਾਲ ਅੱਗੇ ਵਧਣ ਦੀ ਸੋਚ ਬਣਾਈ। ਉਸਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਅਗਲੀ ਵਾਰੀ ਉਹ ਬਿਹਤਰ ਤਿਆਰੀ ਕਰੇਗਾ, ਪਰ ਇਹ ਵੀ ਯਾਦ ਰੱਖੇਗਾ ਕਿ ਇੱਕ ਪ੍ਰੋਜੈਕਟ 'ਚ ਅਸਫਲ ਹੋਣਾ ਉਸਦੀ ਪੂਰੀ ਯੋਗਤਾ ਤੇ ਸਵਾਲ ਨਹੀਂ ਉਠਾ ਸਕਦਾ। ਉਸਨੇ ਆਪਣੇ ਆਪ ਨੂੰ ਮੋਟੀਵੇਟ ਕਰਨ ਲਈ ਕਿਤਾਬ ਦੀ ਇੱਕ ਹੋਰ ਲਾਈਨ ਦੁਹਰਾਈ, ਅਸਫਲਤਾ ਇੱਕ ਨਵਾਂ ਮਾਰਗ ਹੈ, ਨਾ ਕਿ ਇੱਕ ਅੰਤ। ਇਹ ਆਪਣੀ ਯੋਜਨਾ ਨੂੰ ਨਿਖਾਰਨ ਦਾ ਮੌਕਾ ਹੈ। ਅਗਲੇ ਹਫ਼ਤੇ ਜਦੋਂ ਦਫ਼ਤਰ ਵਿੱਚ ਇੱਕ ਨਵਾਂ ਪ੍ਰੋਜੈਕਟ ਆਇਆ ਤਾਂ ਰਿਤਿਕ ਨੇ ਤੁਰੰਤ ਆਪਣੀਆਂ ਪੁਰਾਣੀਆਂ ਗਲਤੀਆਂ ਤੋਂ ਸਿੱਖੀ ਹੋਈਆਂ ਗੱਲਾਂ ਲਾਗੂ ਕਰ ਦਿੱਤੀਆਂ। ਉਸਨੇ ਟੀਮ ਨਾਲ ਬਿਹਤਰ ਕਮਿਊਨੀਕੇਸ਼ਨ ਬਣਾਈ ਰੱਖੀ ਅਤੇ ਹਰ ਛੋਟੀ-ਮੋਟੀ ਸਮੱਸਿਆ ਨੂੰ ਸ਼ੁਰੂਆਤ ਵਿੱਚ ਹੀ ਸੁਲਝਾ ਲਿਆ। ਹੁਣ ਉਸਨੂੰ ਇਹ ਮਹਿਸੂਸ ਹੋਇਆ ਕਿ ਅਸਫਲਤਾ ਤੋਂ ਡਰਨ ਦੀ ਬਜਾਏ ਇਸਨੂੰ ਇੱਕ ਚੁਣੌਤੀ ਵਜੋਂ ਦੇਖਣਾ ਚਾਹੀਦਾ ਹੈ। ਉਸਨੂੰ ਅਹਿਸਾਸ ਹੋਇਆ ਕਿ ਹਰੇਕ ਅਸਫਲਤਾ ਦੇ ਪਿੱਛੇ ਇੱਕ ਕੀਮਤੀ ਸਿੱਖਿਆ ਛੁਪੀ ਹੁੰਦੀ ਹੈ। ਇੱਕ ਹੋਰ ਘਟਨਾ ਨੇ ਉਸਦੀ ਸੋਚ ਨੂੰ ਹੋਰ ਗਹਿਰੀ ਬਣਾਇਆ। ਪਿਛਲੇ ਕੁਝ ਹਫ਼ਤਿਆਂ ਤੋਂ ਉਹ ਸਵੇਰੇ ਜਲਦੀ ਉੱਠਣ ਦੀ ਆਦਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਇੱਕ ਰਾਤ ਥੋੜਾ ਦੇਰ ਤੱਕ ਜਾਗਣ ਕਰਕੇ ਉਹ ਸਵੇਰੇ ਉੱਠਣ 'ਚ ਅਸਫਲ ਰਹਿ ਗਿਆ। ਪਹਿਲਾਂ ਉਹ ਆਪਣੇ ਆਪ ਤੇ ਗੁੱਸਾ ਕਰਦਾ, ਪਰ ਹੁਣ ਉਸਨੇ ਕਿਤਾਬ ਦੀ ਸਲਾਹ ਮੰਨਣ ਦਾ ਫੈਸਲਾ ਕੀਤਾ। ਉਸਨੇ ਆਪਣੇ ਆਪ ਨੂੰ ਸਮਝਾਇਆ, ਇਹ ਸਿਰਫ ਇੱਕ ਦਿਨ ਦੀ ਗੱਲ ਹੈ, ਮੈਂ ਕੱਲ ਤੋਂ ਮੁੜ ਆਪਣੀ ਰੁਟੀਨ 'ਚ ਆ ਸਕਦਾ ਹਾਂ। ਕਿਤਾਬ ਵਿੱਚ ਲਿਖਿਆ ਸੀ, ਅਨੁਸ਼ਾਸਨ ਹਰ ਰੋਜ਼ ਪਰਫੈਕਟ ਹੋਣ ਬਾਰੇ ਨਹੀਂ, ਬਲਕਿ ਝਟਕਿਆਂ ਤੋਂ ਉੱਭਰ ਕੇ ਮੁੜ ਮਜ਼ਬੂਤੀ ਨਾਲ ਵਾਪਸ ਆਉਣ ਬਾਰੇ ਹੈ। ਅਗਲੇ ਦਿਨ ਅਲਾਰਮ ਵੱਜਣ ਤੇ ਉਸਨੇ ਪੂਰੀ ਕੋਸ਼ਿਸ਼ ਕਰਕੇ ਆਪਣੀ ਰੁਟੀਨ ਮੁੜ ਪਕੜੀ। ਹੁਣ ਰਿਤਿਕ ਨੂੰ ਇਹ ਸਮਝ ਆ ਗਿਆ ਸੀ ਕਿ ਅਸਫਲਤਾ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਤਰੀਕਾ ਉਸਨੂੰ ਸਵੀਕਾਰ ਕਰਨਾ, ਉਸ ਤੋਂ ਸਿੱਖਣਾ ਅਤੇ ਅੱਗੇ ਵਧਣਾ ਹੈ। ਉਸਨੇ ਆਪਣੇ ਨੋਟਬੁੱਕ ਵਿੱਚ ਇੱਕ ਨਵਾਂ ਸੈਕਸ਼ਨ ਸ਼ਾਮਲ ਕੀਤਾ, ਸਿੱਖੇ ਗਏ ਪਾਠ। ਹੁਣ ਜਦੋਂ ਵੀ ਉਹ ਕਿਸੇ ਚੀਜ਼ ਵਿੱਚ ਅਸਫਲ ਹੁੰਦਾ, ਉਹ ਉੱਥੇ ਲਿਖ ਲੈਂਦਾ ਕਿ ਉਸਨੇ ਕੀ ਸਿੱਖਿਆ। ਕੁਝ ਹਫ਼ਤਿਆਂ ਬਾਅਦ ਰਿਤਿਕ ਦੇ ਮੈਨੇਜਰ ਨੇ ਉਸਨੂੰ ਆਪਣੇ ਕੇਬਿਨ ਵਿੱਚ ਬੁਲਾਇਆ ਅਤੇ ਕਿਹਾ, ਤੁਸੀਂ ਆਪਣੇ ਕੰਮ ਵਿੱਚ ਕਮਾਲ ਦਾ ਸੁਧਾਰ ਕੀਤਾ ਹੈ। ਉਹ ਪ੍ਰੋਜੈਕਟ ਜਿਸ ਵਿੱਚ ਰਿਤਿਕ ਅਸਫਲ ਹੋ ਗਿਆ ਸੀ, ਹੁਣ ਉਸ ਦੀ ਤਕਦੀਰ ਬਦਲਣ ਵਾਲੀ ਸਿੱਖਿਆ ਬਣ ਗਿਆ। ਉਸ ਦੀ ਕਾਬਲੀਅਤ ਹੁਣ ਹਰ ਕੰਮ 'ਚ ਦਿਖ ਰਹੀ ਸੀ। ਰਿਤਿਕ ਨੇ ਮੁਸਕਰਾਤੇ ਹੋਏ ਮਹਿਸੂਸ ਕੀਤਾ ਕਿ ਅਸਫਲਤਾ ਨੇ ਉਸਨੂੰ ਕਮਜ਼ੋਰ ਬਣਾਉਣ ਦੀ ਬਜਾਏ ਹੋਰ ਮਜ਼ਬੂਤ ਬਣਾਇਆ। ਕਿਤਾਬ ਵਿੱਚ ਲਿਖਿਆ ਸੀ, ਲਚਕਦਾਰਤਾ ਅਸਫਲਤਾਵਾਂ ਰਾਹੀਂ ਵਿਕਸਿਤ ਹੁੰਦੀ ਹੈ। ਜਿੰਨਾ ਵੱਧ ਤੁਸੀਂ ਝਟਕਿਆਂ ਦਾ ਸਾਹਮਣਾ ਕਰਦੇ ਹੋ, ਉਤਨੀ ਹੀ ਮਜ਼ਬੂਤ ਬਣਦੇ ਹੋ। ਇਹ ਲੈਸਨ ਰਿਤਿਕ ਦੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਚੁੱਕਾ ਸੀ। ਹੁਣ ਜਦੋਂ ਵੀ ਉਹ ਕਿਸੇ ਕੰਮ 'ਚ ਅਸਫਲ ਹੁੰਦਾ, ਉਹ ਨਿਰਾਸ਼ ਹੋਣ ਦੀ ਬਜਾਏ ਆਪਣੇ ਆਪ ਤੋਂ ਪੁੱਛਦਾ, ਇਸ ਤਜਰਬੇ ਤੋਂ ਮੈਂ ਕੀ ਸਿੱਖ ਸਕਦਾ ਹਾਂ। ਇੱਕ ਦਿਨ ਉਹ ਆਪਣੇ ਫਲੈਟ ਵਿੱਚ ਬੈਠਾ ਪੁਰਾਣੇ ਦੋਸਤਾਂ ਨੂੰ ਯਾਦ ਕਰ ਰਿਹਾ ਸੀ ਜੋ ਕਈ ਵਾਰ ਉਸਨੂੰ ਲੂਜ਼ਰ ਆਖ ਕੇ ਚਿੜਾਉਂਦੇ ਸਨ ਜਦ ਉਹ ਕਿਸੇ ਕੰਮ 'ਚ ਫੇਲ ਹੋ ਜਾਂਦਾ ਸੀ। ਪਰ ਹੁਣ ਉਹ ਜਾਣ ਚੁੱਕਾ ਸੀ ਕਿ ਫੇਲ ਹੋਣਾ ਕੋਈ ਕਮਜ਼ੋਰੀ ਨਹੀਂ, ਬਲਕਿ ਇੱਕ ਮੌਕਾ ਹੈ। ਉਸਨੇ ਆਪਣੇ ਆਪ ਨਾਲ ਕਿਹਾ, ਫੇਲ ਹੋਣਾ ਲਾਜ਼ਮੀ ਹੈ, ਬਿਨਾਂ ਅਸਫਲ ਹੋਏ ਮੈਂ ਕਦੇ ਨਹੀਂ ਸਿੱਖ ਸਕਦਾ। ਉਹ ਸ਼ਾਮ ਉਸਨੇ ਫੇਰ ਤੋਂ ਕਿਤਾਬ ਖੋਲੀ। ਉਹ ਜਾਣਦਾ ਸੀ ਕਿ ਅਗਲੇ ਚੈਪਟਰ 'ਚ ਵੀ ਉਸ ਲਈ ਕੁਝ ਖਾਸ ਹੋਵੇਗਾ, ਪਰ ਇਸ ਵਾਰ ਕਿਤਾਬ ਬੰਦ ਕਰਨ ਤੋਂ ਪਹਿਲਾਂ ਉਸਨੇ ਆਖਰੀ ਪੰਨਾ ਇੱਕ ਵਾਰ ਹੋਰ ਪੜ੍ਹਿਆ ਜੋ ਉਸਨੂੰ ਦਿਲਾਸਾ ਦੇ ਰਿਹਾ ਸੀ। ਅਸਫਲਤਾ ਸਿਰਫ ਸਫਲਤਾ ਦੇ ਰਾਹ ਵਿਚਲਾ ਇੱਕ ਹੋਰ ਕਦਮ ਹੈ, ਅੱਗੇ ਵਧਦੇ ਰਹੋ। ਉਸਨੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਹੁਣ ਉਹ ਹਰ ਅਸਫਲਤਾ ਨੂੰ ਖੁਸ਼ੀ-ਖੁਸ਼ੀ ਗਲੇ ਲਗਾਏਗਾ ਅਤੇ ਉਸ ਤੋਂ ਸਿੱਖ ਕੇ ਅੱਗੇ ਵਧੇਗਾ। ਰਿਤਿਕ ਹੁਣ ਤੱਕ ਕਿਤਾਬ ਦੇ 5 ਸਬਕ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਚੁੱਕਾ ਸੀ। ਹਰ ਨਵਾਂ ਸਬਕ ਉਸ ਦੀ ਸੋਚ ਨੂੰ ਹੋਰ ਬਿਹਤਰ ਬਣਾਉਂਦਾ ਗਿਆ। ਉਸਨੇ ਆਪਣੇ ਆਪ ਵਿੱਚ ਬਹੁਤ ਤਬਦੀਲੀ ਵੇਖੀ। ਪਹਿਲਾਂ ਜੋ ਵਿਅਕਤੀ ਹਰ ਛੋਟੀ ਅਸਫਲਤਾ
ਤੇ ਆਪਣੇ ਆਪ ਨੂੰ ਦੋਸ਼ੀ ਠਹਿਰਾਉਂਦਾ ਸੀ। ਹੁਣ ਉਹ ਸਮਝ ਚੁੱਕਾ ਸੀ ਕਿ ਡਿੱਗਣਾ ਲਾਜ਼ਮੀ ਹੈ, ਪਰ ਡਿੱਗ ਕੇ ਮੁੜ ਖੜਨਾ ਇਸ ਤੋਂ ਵੀ ਵਧੇਰੇ ਮਹੱਤਵਪੂਰਨ ਹੈ। ਪਰ ਉਸ ਦੀ ਯਾਤਰਾ ਹੁਣੇ ਖਤਮ ਨਹੀਂ ਹੋਈ ਸੀ। ਕਿਤਾਬ ਦੇ ਆਖਰੀ ਅਧਿਆਇ ਨੇ ਉਸ ਦੀ ਉਤਸੁਕਤਾ ਹੋਰ ਵਧਾ ਦਿੱਤੀ। ਜਦੋਂ ਉਸਨੇ ਕਿਤਾਬ ਖੋਲ੍ਹੀ ਤਾਂ ਉਹ ਸ਼ਬਦ ਉਸ ਦੇ ਜੀਵਨ ਲਈ ਸਭ ਤੋਂ ਵਧੇਰੇ ਮਹੱਤਵਪੂਰਨ ਲੱਗੇ। ਇੱਕ ਵਾਰ ਦੀ ਕੋਸ਼ਿਸ਼ ਨਾਲ ਕੁਝ ਨਹੀਂ ਬਦਲਦਾ। ਅਸਲੀ ਬਦਲਾਅ ਤਦ ਆਉਂਦਾ ਹੈ ਜਦੋਂ ਅਸੀਂ ਹਰ ਰੋਜ਼ ਛੋਟੇ-ਛੋਟੇ ਕਦਮ ਚੁੱਕਦੇ ਹਾਂ ਅਤੇ ਉਹਨਾਂ ਨੂੰ ਲਗਾਤਾਰ ਜਾਰੀ ਰੱਖਦੇ ਹਾਂ। ਰਿਤਿਕ ਨੇ ਸੋਚਿਆ ਕਿ ਉਸ ਦੇ ਲਈ ਨਿਰੰਤਰਤਾ ਹੀ ਸਭ ਤੋਂ ਵੱਡੀ ਚੁਣੌਤੀ ਰਹੀ ਹੈ। ਕਈ ਵਾਰ ਉਹ ਇੱਕ ਦਿਨ ਮਿਹਨਤ ਕਰਦਾ ਪਰ ਅਗਲੇ ਦਿਨ ਹਾਰ ਮੰਨ ਲੈਂਦਾ। ਕਈ ਵਾਰ ਉਹ ਯੋਜਨਾ ਬਣਾਉਂਦਾ ਪਰ ਉਸ ਤੇ ਪੂਰਾ ਨਹੀਂ ਉਤਰਦਾ। ਉਸ ਨੂੰ ਹੁਣ ਸਮਝ ਆਇਆ ਕਿ ਇਹੀ ਕਾਰਨ ਸੀ ਕਿ ਉਸ ਦੇ ਕਈ ਸੁਪਨੇ ਅਧੂਰੇ ਰਹਿ ਗਏ। ਕਿਤਾਬ ਵਿੱਚ ਲਿਖਿਆ ਸੀ, ਮੋਟੀਵੇਸ਼ਨ ਤੁਹਾਨੂੰ ਸ਼ੁਰੂ ਕਰਵਾਉਂਦੀ ਹੈ, ਪਰ ਲਗਾਤਾਰ ਮਿਹਨਤ ਤੁਹਾਨੂੰ ਚੱਲਦੇ ਰਹਿਣ ਲਈ ਮਜਬੂਰ ਕਰਦੀ ਹੈ, ਭਾਵੇਂ ਤੁਹਾਡਾ ਮਨ ਨਾ ਵੀ ਹੋਵੇ। ਹਾਜ਼ਰ ਰਹਿਣਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੁੰਦਾ ਹੈ। ਇਹ ਪੜ੍ਹ ਕੇ ਉਸ ਨੇ ਖੁਦ ਨਾਲ ਵਾਅਦਾ ਕੀਤਾ ਕਿ ਹੁਣ ਉਹ ਹਰ ਰੋਜ਼ ਚਾਹੇ ਛੋਟਾ ਹੀ ਸਹੀ ਪਰ ਇੱਕ ਕਦਮ ਜ਼ਰੂਰ ਚੁੱਕੇਗਾ। ਅਗਲੇ ਦਿਨ ਉਸ ਨੇ ਆਪਣੀ ਦਿਨਚਰਿਆ ਹੋਰ ਸਖਤ ਬਣਾਈ। ਸਵੇਰੇ ਜਲਦੀ ਉੱਠਣ ਦੇ ਨਾਲ ਉਸ ਨੇ ਆਪਣੇ ਦਿਨ ਦੀ ਯੋਜਨਾ ਅਤੇ ਸਮਰਪਣ ਨੂੰ ਇੱਕ ਨਵਾਂ ਰੂਪ ਦਿੱਤਾ। ਉਸ ਨੇ ਫੈਸਲਾ ਕੀਤਾ ਕਿ ਉਹ ਹਰ ਰੋਜ਼ 30 ਮਿੰਟ ਆਪਣੇ ਸਰੀਰਕ ਸੁਖਾਲੇ ਲਈ ਵੰਡੇਗਾ, ਭਾਵੇਂ ਉਹ ਕਿੰਨਾ ਵੀ ਥੱਕਿਆ ਹੋਵੇ। ਉਸ ਨੇ ਆਪਣੇ ਕੰਮ ਲਈ ਵੀ ਇੱਕ ਟਾਈਮ ਟੇਬਲ ਬਣਾਇਆ ਤਾਂ ਜੋ ਉਹ ਕਿਸੇ ਵੀ ਮਿਆਦ ਨੂੰ ਪੂਰਾ ਕਰਨ ਤੋਂ ਪਿੱਛੇ ਨਾ ਰਹਿ ਜਾਵੇ। ਸ਼ੁਰੂਆਤ ਵਿੱਚ ਇਹ ਆਸਾਨ ਨਹੀਂ ਸੀ। ਕਈ ਵਾਰ ਅਲਾਰਮ ਵੱਜਣ ਮਗਰੋਂ ਵੀ ਉਹ ਮੰਜੇ 'ਚ ਪਿਆ ਰਹਿੰਦਾ। ਕਈ ਵਾਰ ਵਰਕਆਊਟ ਕਰਨ ਦੀ ਬਜਾਏ ਬਹਾਨੇ ਬਣਾਉਂਦਾ, ਪਰ ਹਰ ਵਾਰ ਉਸਨੇ ਆਪਣੇ ਆਪ ਨੂੰ ਯਾਦ ਦਿਵਾਇਆ ਨਿਰੰਤਰਤਾ ਹੀ ਸਭ ਤੋਂ ਜ਼ਰੂਰੀ ਹੈ। ਜੇਕਰ ਅੱਜ ਹਾਰ ਮੰਨ ਲਈ ਤਾਂ ਕੱਲ ਇਹ ਹੋਰ ਵੀ ਮੁਸ਼ਕਲ ਹੋ ਜਾਵੇਗੀ। ਧੀਰੇ-ਧੀਰੇ ਇਹ ਛੋਟੇ-ਛੋਟੇ ਕਦਮ ਉਸਨੂੰ ਇੱਕ ਨਵੀਂ ਦਿਸ਼ਾ 'ਚ ਲੈ ਗਏ। ਇੱਕ ਦਿਨ ਦਫ਼ਤਰ 'ਚ ਉਸਦੇ ਮੈਨੇਜਰ ਨੇ ਉਸਨੂੰ ਇੱਕ ਵੱਡਾ ਪ੍ਰੋਜੈਕਟ ਸੌਂਪਿਆ। ਇਹ ਉਸੇ ਤਰ੍ਹਾਂ ਦਾ ਪ੍ਰੋਜੈਕਟ ਸੀ ਜਿਸ 'ਚ ਕੁਝ ਮਹੀਨੇ ਪਹਿਲਾਂ ਉਹ ਅਸਫਲ ਹੋ ਗਿਆ ਸੀ, ਪਰ ਹੁਣ ਡਰ ਦੀ ਬਜਾਏ ਉਸਦੇ ਅੰਦਰ ਆਤਮ ਵਿਸ਼ਵਾਸ ਸੀ। ਉਸਨੇ ਆਪਣੇ ਆਪ ਨਾਲ ਕਿਹਾ, ਇਸ ਵਾਰ ਮੈਂ ਸਿਰਫ ਯੋਜਨਾ ਨਹੀਂ ਬਣਾਵਾਂਗਾ ਬਲਕਿ ਉਸ ਤੇ ਲਗਾਤਾਰ ਅਮਲ ਵੀ ਕਰਾਂਗਾ। ਰਿਤਿਕ ਨੇ ਕੰਮ ਨੂੰ ਛੋਟੇ-ਛੋਟੇ ਹਿੱਸਿਆਂ 'ਚ ਵੰਡਿਆ, ਟੀਮ ਨਾਲ ਨਿਯਮਤ ਮੀਟਿੰਗਾਂ ਰੱਖੀਆਂ ਅਤੇ ਹਰ ਕਿਸੇ ਦੇ ਕੰਮ ਤੇ ਫੀਡਬੈਕ ਲਿਆ। ਉਸਨੇ ਆਪਣੇ ਲਈ ਵੀ ਇੱਕ ਸਖਤ ਟਾਈਮ ਟੇਬਲ ਬਣਾਇਆ। ਹੁਣ ਉਹ ਸਮਝ ਚੁੱਕਾ ਸੀ ਕਿ ਸਫਲਤਾ ਦਾ ਸੱਚਾ ਮੰਤਵ ਹੈ ਨਿਰੰਤਰ ਮਿਹਨਤ, ਹਰ ਦਿਨ ਬਿਨਾਂ ਕਿਸੇ ਵਿਅਕਤੀਗਤ ਭਾਵਨਾਵਾਂ ਤੋਂ ਪ੍ਰਭਾਵਿਤ ਹੋਏ। ਜਦੋਂ ਵੀ ਰਿਤਿਕ ਦਾ ਧਿਆਨ ਭਟਕਦਾ ਜਾਂ ਥਕਾਵਟ ਮਹਿਸੂਸ ਹੁੰਦੀ, ਉਹ ਗਹਿਰੀ ਸਾਹ ਲੈ ਕੇ ਆਪਣੇ ਆਪ ਨੂੰ ਯਾਦ ਦਿਵਾਉਂਦਾ, ਸਿਰਫ ਇੱਕ ਹੋਰ ਕਦਮ, ਸਿਰਫ ਇੱਕ ਹੋਰ ਕੋਸ਼ਿਸ਼। ਇਸ ਤਰੀਕੇ ਨਾਲ ਉਹ ਆਪਣੇ ਕੰਮ ਨੂੰ ਸਮੇਂ ਤੇ ਅਤੇ ਬਿਨਾਂ ਕਿਸੇ ਵੱਡੀ ਗਲਤੀ ਦੇ ਪੂਰਾ ਕਰਨ ਲੱਗਾ। ਉਸ ਦੀ ਟੀਮ ਦੇ ਲੋਕ ਵੀ ਉਸ ਦੀ ਨਿਰੰਤਰਤਾ ਤੋਂ ਪ੍ਰਭਾਵਿਤ ਹੋਏ। ਜਦੋਂ ਪ੍ਰੋਜੈਕਟ ਦੀ ਮਿਆਦ ਪੂਰੀ ਹੋਈ ਤਾਂ ਰਿਤਿਕ ਨੇ ਸਮੇਂ ਤੇ ਕੰਮ ਮੁਕੰਮਲ ਕਰ ਦਿੱਤਾ। ਉਸ ਦਾ ਮੈਨੇਜਰ ਉਸ ਦੀ ਮਿਹਨਤ ਅਤੇ ਨੇਤਰਤਵ ਦੀ ਤਾਰੀਫ ਕਰਦੇ ਨਹੀਂ ਥੱਕਿਆ। ਉਸ ਨੂੰ ਮਹਿਸੂਸ ਹੋਇਆ ਕਿ ਨਿਰੰਤਰਤਾ ਦਾ ਪ੍ਰਭਾਵ ਸਿਰਫ ਉਸ ਦੇ ਕੰਮ ਤੱਕ ਹੀ ਸੀਮਿਤ ਨਹੀਂ ਸੀ, ਸਗੋਂ ਉਸ ਦੀ ਪੂਰੀ ਜ਼ਿੰਦਗੀ ਉੱਤੇ ਪਿਆ। ਉਸ ਨੇ ਆਪਣੀ ਫਿਟਨੈਸ ਤੇ ਵੀ ਇੱਥੇ ਹੀ ਦਿਲਚਸਪੀ ਜਤਾਈ। ਜਿੱਥੇ ਪਹਿਲਾਂ ਉਹ ਕੁਝ ਦਿਨਾਂ ਤੱਕ ਹੀ ਐਕਸਰਸਾਈਜ਼ ਕਰਦਾ ਅਤੇ ਛੱਡ ਦਿੰਦਾ ਸੀ, ਹੁਣ ਉਹ ਹਰ ਰੋਜ਼ 30 ਮਿੰਟ ਆਪਣੇ ਸਰੀਰ ਅਤੇ ਮਨ ਨੂੰ ਸਮਰਪਿਤ ਕਰ ਰਿਹਾ ਸੀ। ਉਸ ਨੂੰ ਮਹਿਸੂਸ ਹੋਇਆ ਕਿ ਨਿਰੰਤਰਤਾ ਸਿਰਫ ਵੱਡੀਆਂ ਚੀਜ਼ਾਂ ਵਿੱਚ ਨਹੀਂ, ਸਗੋਂ ਛੋਟੀਆਂ ਆਦਤਾਂ ਵਿੱਚ ਵੀ ਮਹੱਤਵਪੂਰਨ ਹੁੰਦੀ ਹੈ। ਉਸ ਨੇ ਨਿਸ਼ਚਿਤ ਕੀਤਾ ਕਿ ਹੁਣ ਹਰ ਰਾਤ ਭਾਵੇਂ ਸਿਰਫ ਇੱਕ ਪੰਨਾ ਹੀ ਕਿਉਂ ਨਾ ਹੋਵੇ, ਪਰ ਉਹ ਪੜ੍ਹਨ ਦੀ ਆਦਤ ਬਣਾ ਕੇ ਰੱਖੇਗਾ। ਇੱਕ ਦਿਨ ਜਦੋਂ ਉਹ ਆਪਣੇ ਪੁਰਾਣੇ ਦੋਸਤਾਂ ਨੂੰ ਮਿਲਣ ਗਿਆ ਤਾਂ ਉਹਨਾਂ ਨੇ ਹੱਸਦੇ ਹੋਏ ਕਿਹਾ, ਤੂੰ ਬਹੁਤ ਬਦਲ ਗਿਆ ਹੈ ਰਿਤਿਕ। ਪਹਿਲਾਂ ਤੈਨੂੰ ਹਰ ਛੋਟੀ ਗੱਲ ਦੀ ਚਿੰਤਾ ਹੁੰਦੀ ਸੀ, ਪਰ ਹੁਣ ਲੱਗਦਾ ਹੈ ਕਿ ਤੂੰ ਹਰ ਚੀਜ਼ ਨੂੰ ਬਿਹਤਰੀਨ ਢੰਗ ਨਾਲ ਹੱਲ ਕਰ ਸਕਦਾ ਹੈ। ਰਿਤਿਕ ਨੇ ਮੁਸਕਰਾ ਕੇ ਕਿਹਾ, ਇਹ ਤਬਦੀਲੀ ਹੌਲੀ-ਹੌਲੀ ਆਈ ਹੈ। ਮੈਂ ਹਰ ਰੋਜ਼ ਸਿਰਫ ਇੱਕ ਛੋਟਾ ਕਦਮ ਚੁੱਕਿਆ ਤੇ ਨਿਰੰਤਰਤਾ ਬਰਕਰਾਰ ਰੱਖੀ। ਉਸਨੇ ਆਪਣੇ ਦੋਸਤਾਂ ਨੂੰ ਕਿਤਾਬ ਦੇ ਸਬਕਾਂ ਬਾਰੇ ਦੱਸਿਆ ਅਤੇ ਕਿਹਾ, ਨਿਰੰਤਰਤਾ ਦਾ ਮਤਲਬ ਇਹ ਨਹੀਂ ਕਿ ਤੁਸੀਂ ਹਰ ਦਿਨ ਪਰਫੈਕਟ ਰਹੋ, ਬਲਕਿ ਇਹ ਕਿ ਤੁਸੀਂ ਹਰ ਦਿਨ ਕੋਸ਼ਿਸ਼ ਕਰਦੇ ਰਹੋ। ਉਸ ਰਾਤ ਜਦੋਂ ਉਹ ਘਰ ਪਹੁੰਚਿਆ ਤਾਂ ਉਸਨੇ ਕਿਤਾਬ ਦਾ ਆਖਰੀ ਪੰਨਾ ਪੜ੍ਹਿਆ ਜਿਸ 'ਚ ਲਿਖਿਆ ਸੀ, ਅਨੁਸ਼ਾਸਨ ਮੰਜ਼ਿਲ ਨਹੀਂ ਸਫ਼ਰ ਹੈ। ਰਹੋ ਤੇ ਤੁਸੀਂ ਵੇਖੋਗੇ ਕਿ ਸਫਲਤਾ ਇੱਕ ਆਦਤ ਬਣ ਜਾਂਦੀ ਹੈ, ਨਾ ਕਿ ਕੇਵਲ ਇੱਕ ਗੰਭੀਰ ਮਕਸਦ। ਉਸਨੇ ਕਿਤਾਬ ਨੂੰ ਬੰਦ ਕੀਤਾ ਤੇ ਮਹਿਸੂਸ ਕੀਤਾ ਕਿ ਉਸ ਦੀ ਜ਼ਿੰਦਗੀ ਹੁਣ ਪੂਰੀ ਤਰ੍ਹਾਂ ਬਦਲ ਚੁੱਕੀ ਸੀ, ਪਰ ਉਸਨੂੰ ਇਹ ਵੀ ਸਮਝ ਆ ਗਿਆ ਕਿ ਇਹ ਯਾਤਰਾ ਕਦੇ ਖਤਮ ਨਹੀਂ ਹੋਵੇਗੀ। ਹਰ ਦਿਨ ਇੱਕ ਨਵੀਂ ਚੁਣੌਤੀ ਹੋਵੇਗੀ, ਇੱਕ ਨਵੀਂ ਸਿੱਖ ਹੋਵੇਗੀ ਅਤੇ ਇੱਕ ਨਵਾਂ ਮੌਕਾ ਹੋਵੇਗਾ ਆਪਣੇ ਆਪ ਨੂੰ ਹੋਰ ਵੀ ਬਿਹਤਰ ਬਣਾਉਣ ਦਾ। ਉਸਨੇ ਖਿੜਕੀ
ਚੋਂ ਬਾਹਰ ਤੱਕਿਆ। ਚੰਨ ਦੀ ਰੋਸ਼ਨੀ ਉਸਦੇ ਕਮਰੇ 'ਚ ਹੌਲੀ-ਹੌਲੀ ਫੈਲ ਰਹੀ ਸੀ। ਉਸਨੇ ਗਹਿਰੀ ਸਾਹ ਲਈ ਅਤੇ ਆਪਣੇ ਆਪ ਨਾਲ ਵਾਅਦਾ ਕੀਤਾ ਕਿ ਉਹ ਇਸ ਯਾਤਰਾ ਨੂੰ ਕਦੇ ਨਹੀਂ ਛੱਡੇਗਾ। ਹੁਣ ਉਸਨੂੰ ਪਤਾ ਸੀ ਕਿ ਅਸਲੀ ਖੁਸ਼ੀ ਕਿਸੇ ਮੰਜ਼ਿਲ ਤੇ ਪਹੁੰਚਣ ਵਿੱਚ ਨਹੀਂ, ਸਗੋਂ ਉਸ ਯਾਤਰਾ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਜੀਣ ਵਿੱਚ ਹੈ। ਅਤੇ ਇਹੀ ਰਿਤਿਕ ਦੀ ਕਹਾਣੀ ਦਾ ਅੰਤ ਨਹੀਂ ਸੀ, ਇਹ ਤਾਂ ਸਿਰਫ ਇੱਕ ਨਵੀਂ ਸ਼ੁਰੂਆਤ ਸੀ।